ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਅੱਜ ਦੇ ਸਪੈਸ਼ਲ ਸੈਗਮੈਂਟ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਸਾਡੇ ਦੋ ਮਹਿਮਾਨਾਂ ਨਾਲ ਜਿਹੜੇ ਕਿ ਕਾਮਾਗਾਟਾ ਮਾਰੂ ਜਹਾਜ਼ ਨਾਲ ਜੁੜੇ ਹੋਏ ਨੇ। 99 ਸਾਲ ਪਹਿਲਾਂ ਇਹ ਜਹਾਜ਼ ਅੱਜ ਇਸ ਧਰਤੀ ਤੋਂ ਵਾਪਸ ਭੇਜ ਦਿੱਤਾ ਗਿਆ ਸੀ ਅਤੇ ਇਸ ਸੰਬੰਧ ਵਿੱਚ ਜੋ 99 ਸਾਲ ਦੇ ਵਿੱਚ ਇੱਥੇ ਹੋਇਆ, ਕਿੰਨਾ ਕੁ ਸਮਾਂ ਬਦਲਿਆ ਹੈ, ਕੀ ਕੁਝ ਕੀਤਾ ਗਿਆ ਹੈ ਉਹਨਾਂ ਸ਼ਹੀਦਾਂ ਵਾਸਤੇ, ਤੇ ਖਾਸ ਤੌਰ ਉੱਤੇ ਜਿਹੜਾ ਅਸੀਂ 100 ਸਾਲ ਮਨਾ ਰਹੇ ਹਾਂ ਗਦਰੀ ਬਾਬਿਆਂ ਦਾ, ਕਿ ਉਸ ਵਿੱਚ ਜੋ ਮਾਨਤਾ ਮਿਲਣੀ ਚਾਹੀਦੀ ਸੀ ਕਾਮਾਗਾਟਾ ਮਾਰੂ ਜਹਾਜ਼ ਦੇ ਪਾਇਨੀਅਰਸ ਨੂੰ, ਕੀ ਉਹ ਮਿਲ ਰਹੀ ਹੈ। ਇਸ ਸੰਬੰਧ ਵਿੱਚ ਅਸੀਂ ਗੱਲਬਾਤ ਕਰਾਂਗੇ ਹਰਭਜਨ ਸਿੰਘ ਗਿੱਲ ਨਾਲ, ਜਿਹੜੇ ਕਿ ਪ੍ਰੈਜ਼ੀਡੈਂਟ ਹਨ ਕਾਮਾਗਾਟਾ ਮਾਰੂ ਹੈਰੀਟੇਜ ਫਾਊਂਡੇਸ਼ਨ ਦੇ। ਇਹ ਉਹ ਸੰਸਥਾ ਹੈ ਜਿਸ ਨੇ ਕਿ ਬੜੇ ਲੰਮੇ ਸਮੇਂ ਤੋਂ ਜਦੋਜਹਿਦ ਕੀਤੀ ਤੇ ਲੋਕਾਂ ਵਿੱਚ ਅਵੇਅਰਨੈਸ ਕ੍ਰੀਏਟ ਕੀਤੀ ਕਿ ਕਾਮਾਗਾਟਾ ਮਾਰੂ ਜਹਾਜ਼ ਦੇ ਵਿੱਚ ਜੋ ਕੁਝ ਹੋਇਆ ਸੀ ਉਸ ਬਾਰੇ ਲੋਕਾਂ ਵਿੱਚ ਚੇਤਨਾ ਵਧਣੀ ਚਾਹੀਦੀ ਹੈ ਤੇ ਸਹੀ ਤਰੀਕੇ ਨਾਲ ਇਸ ਨੂੰ ਮਾਨਤਾ ਮਿਲਣੀ ਚਾਹੀਦੀ ਹੈ। ਨਾਲ ਹੀ ਸਾਡੇ ਨਾਲ ਅੱਜ ਗੱਲਬਾਤ ਕਰਨਗੇ ਰਾਜ ਤੂਰ ਜੀ, ਜਿਹੜੇ ਕਿ ਕਾਮਾਗਾਟਾ ਮਾਰੂ ਜਹਾਜ਼ ਦੇ ਵਿੱਚ ਇੱਕ ਮੁਸਾਫਿਰ ਸਰਦਾਰ ਪੂਰਨ ਸਿੰਘ ਜੀ ਦੇ ਗ੍ਰੈਂਡਸਨ ਹਨ। ਆਓ ਸਵਾਗਤ ਕਰਦੇ ਹਾਂ ਦੋਨਾਂ ਹੀ ਮਹਿਮਾਨਾਂ ਦਾ। ਜੀ ਆਨੰਦ ਜੀ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ, ਸ਼ੁਕਰੀਆ ਜੀ। ਸੋ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਸ਼ੁਰੂ ਕਰਨੇ ਜੀ, ਕਾਮਾਗਾਟਾ ਮਾਰੂ ਹੈਰੀਟੇਜ ਫਾਊਂਡੇਸ਼ਨ ਜਿਹੜੀ ਬਣਾਈ ਗਈ, ਇਸ ਦਾ ਕੀ ਮੁੱਖ ਮਕਸਦ ਕੀ ਹੈਗਾ ਸੀ ਜੀ? ਮੁੱਖ ਮਕਸਦ ਜੀ ਆਪਣੀ ਕਮਿਊਨਿਟੀ ਨੂੰ ਅਵੇਅਰਨੈਸ ਕਰਨਾ, ਆਪਣੀ ਕਮਿਊਨਿਟੀ ਨੂੰ ਤੇ ਕਰਨਾ ਹੀ ਕਰਨਾ, ਤੇ ਜਿਹੜੀ ਕੈਨੇਡੀਅਨ ਕਮਿਊਨਿਟੀ ਆ ਉਹਨਾਂ ਨੂੰ ਅਵੇਅਰਨੈਸ ਕਰਨਾ, ਤੇ ਇੰਟਰਨੈਸ਼ਨਲ ਲੈਵਲ ਤੇ ਜੋ ਕਾਮਾਗਾਟਾ ਮਾਰੂ ਨਾਲ ਵਾਰਦਾਤ ਹੋਏ ਤੇ ਉਸ ਨੂੰ ਇੰਟਰਨੈਸ਼ਨਲ ਲੈਵਲ ਤੇ ਅਵੇਅਰਨੈਸ ਕਰਨਾ। 99 ਸਾਲ ਹੋ ਗਏ ਜੀ ਅੱਜ ਕਿ ਇਹ ਜਹਾਜ਼ ਜੋ ਹੈ ਇਹ ਵਾਪਸ ਭੇਜਿਆ ਗਿਆ ਸੀ। ਉਸ ਦੇ ਵਿੱਚ ਤੁਹਾਡੇ ਜੀ ਗ੍ਰੈਂਡ ਫਾਦਰ ਸਰਦਾਰ ਪੂਰਨ ਸਿੰਘ ਜੀ ਸੀ, ਕੀ ਮਹਿਸੂਸ ਕਰਦੇ ਹੋ ਤੁਸੀਂ? ਹਾਂਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਤੁਹਾਡੇ ਜਿਹੜੇ ਵਿਊਅਰਸ ਨੇ, ਦਰਸ਼ਕ ਨੂੰ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਮੇਰੇ ਗ੍ਰੈਂਡਫਾਦਰ ਇਸ ਜਹਾਜ਼ ਵਿੱਚ ਆਏ ਸੀਗੇ, ਐਕਚੁਅਲੀ ਸਟੂਡੈਂਟ ਸੀਗੇ। ਦੋ ਸਟੂਡੈਂਟ ਸੀਗੇ, ਬਾਬਾ ਗੁਰਮਤ ਸਿੰਘ ਲਾਲਤੋ ਜੀ, ਤੇ ਇਕੱਠੇ ਹੀ ਲੁਧਿਆਣੇ ਦੇ ਕਨਵੈਂਟ ਸਕੂਲ 'ਚ ਪੜ੍ਹੇ ਸੀ ਇਹ, ਤੇ ਹਾਇਰ ਐਜੂਕੇਸ਼ਨ ਲਈ ਇੱਥੇ ਆ ਰਹੇ ਸੀਗੇ। ਉਹ ਦੱਸਦੇ ਹੁੰਦੇ ਸੀ, ਮੇਰੀ ਗੱਲਬਾਤ ਉਹਨਾਂ ਨਾਲ ਹੁੰਦੀ ਰਹੀ ਹੈਗੀ ਆ। ਦੱਸਦੇ ਸੀਗੇ ਵੀ ਅਸੀਂ ਉੱਥੇ ਗਏ ਸੀਗੇ ਤੇ ਸਾਨੂੰ ਉੱਥੇ ਉਤਰਨ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ। 2 ਮਹੀਨੇ ਅਸੀਂ ਜਦੋਜਹਿਦ ਕੀਤੀ ਆ। ਸਰਕਾਰ ਵੱਲੋਂ ਕਿਸੇ ਵੀ ਪ੍ਰਕਾਰ ਦਾ ਕੋਈ ਨਾ ਖਾਣ ਨੂੰ, ਨਾ ਪੀਣ ਨੂੰ, ਨਾ ਕੋਈ ਮੈਡੀਕੇਸ਼ਨ ਦਿੱਤੀ ਗਈ ਸੀਗੀ। ਬਾਰ-ਬਾਰ ਵਾਪਸ ਜਾਣ ਨੂੰ ਕਿਹਾ ਜਾਂਦਾ ਸੀਗਾ। ਪਰ ਲੋਕਲੀ ਜਿਹੜੇ ਸਿੱਖ ਸੀ ਬਹੁਤ ਹੀ ਹੈਲਪਫੁਲ ਸੀਗੇ ਤੇ ਸਾਰਿਆਂ ਨੇ ਉਹਨਾਂ ਨੇ ਬਹੁਤ ਹੈਲਪ ਕੀਤੀ। ਖਾਣ ਪੀਣ ਦਾ ਪ੍ਰਬੰਧ ਲੋਕਲੀ ਸਿੱਖ ਕਰਦੇ ਸਨ, ਮੈਡੀਕੇਸ਼ਨ ਦਾ ਪ੍ਰਬੰਧ ਲੋਕਲੀ ਸਿੱਖ ਕਰਦੇ ਸਨ, ਤੇ ਉਹਨਾਂ ਨੇ ਪੂਰਾ ਜ਼ੋਰ ਲਾ ਦਿੱਤਾ ਸੀਗਾ ਵੀ ਕਿਵੇਂ ਨਾ ਕਿਵੇਂ ਕਾਮਾਗਾਟਾ ਮਾਰੂ ਜਹਾਜ਼ ਇੱਥੇ ਰਹਿ ਜਾਵੇ। ਪਰ ਗੌਰਮੈਂਟ ਨਹੀਂ ਮੰਨੀ ਤੇ ਐਂਡ ਤੇ ਉਹਨਾਂ ਨੇ ਜਿਹੜਾ ਹੈਗਾ ਰੇਨਬੋ ਨਾਂ ਦਾ ਕੋਈ ਸ਼ਿਪ ਸੀਗਾ ਮਿਲਟਰੀ ਦਾ ਲੈ ਕੇ ਆਂਦਾ, ਤੇ ਉਹਨਾਂ ਨੂੰ ਆਖਿਆ ਗਿਆ ਸੀਗਾ ਓਕੇ ਵੀ ਤੁਸੀਂ ਜਾਓ ਇੱਥੋਂ, ਨਹੀਂ ਤੁਹਾਨੂੰ ਅਸੀਂ ਪਾਣੀ ਵਿੱਚ ਹੀ ਡਿਸਟਰੋਏ ਕਰ ਦਿਆਂਗੇ। ਉਹਨਾਂ ਕੋਲ ਫਿਰ ਕੋਈ ਹੋਰ ਚਾਰਾ ਨਹੀਂ ਸੀ ਰਹਿ ਗਿਆ। ਉਹ ਕਹਿੰਦੇ ਫਿਰ ਅਸੀਂ ਉੱਥੋਂ ਵਾਪਸ ਆ ਗਏ ਸੀਗੇ, ਪਰ ਸਾਡੇ ਮਨ 'ਚ ਨਾਰਾਜ਼ਗੀ ਸੀ, ਗੁੱਸਾ ਸੀਗਾ ਬਹੁਤ ਜ਼ਿਆਦਾ। ਤੇ ਜਦੋਂ ਫਿਰ ਉਹ ਬੱਜ ਘਾਟ ਤੇ ਇੱਥੇ ਆਏ ਵੀ ਸੀਗੇ, ਉੱਥੇ ਵੀ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ, ਜਿਹਦੇ 'ਚ 19 ਸ਼ਹੀਦ ਕਰ ਦਿੱਤੇ ਗਏ ਸੀ। ਬਾਕੀਆਂ ਨੂੰ ਜੇਲ੍ਹਾਂ 'ਚ ਰੱਖਿਆ ਗਿਆ ਸੀ ਕਈ ਸਾਲ, 2 ਤੋਂ ਲੈ ਕੇ 5 ਸਾਲ ਦੀ ਜੇਲ੍ਹ ਤਾਂ ਮੇਰੇ ਖੁਦ ਗ੍ਰੈਂਡਫਾਦਰ ਸਾਹਿਬ ਨੇ ਕੱਟੀ ਆ। ਉਸ ਤੋਂ ਮਗਰ ਜਦੋਂ ਵਾਪਸ ਪਿੰਡ ਵਿੱਚ ਆਏ ਆ, ਉਦੋਂ ਵੀ ਉਹਨਾਂ 'ਤੇ ਪਾਬੰਦੀ ਲਾ ਦਿੱਤੀ ਸੀ, ਜੂਬੰਦੀ ਕਰ ਦਿੱਤਾ ਗਿਆ ਸੀਗਾ ਵੀ ਤੁਸੀਂ ਪਿੰਡ ਤੋਂ ਬਾਹਰ ਨਹੀਂ ਜਾ ਸਕਦੇ। ਫਿਰ ਉਹਨਾਂ ਨੇ ਸੋਚਿਆ ਵੀ ਇਹ ਜੋ ਸਾਰਿਆਂ ਨੇ ਮਿਲ ਕੇ ਵੀ ਹੋਇਆ ਕੀ ਸਾਡੇ ਨਾਲ, ਫਿਰ ਉਹਨਾਂ ਨੇ ਇੱਕੋ ਨਤੀਜਾ ਕੱਢਿਆ ਕਿ ਆਪਣਾ ਭਾਰਤ ਦੇਸ਼ ਗੁਲਾਮ ਆ। ਤਾਂ ਫਿਰ ਉਹ ਬੈਠੇ ਨਹੀਂ ਚੁੱਪ ਕਰਕੇ, ਉਹ ਸਾਰੇ ਦੇ ਸਾਰੇ ਮੈਜੋਰਟੀ ਜਿਹੜੇ ਪੈਸੇਂਜਰ ਸੀਗੇ, ਬਾਬਾ ਗੁਰਮੁਖ ਸਿੰਘ ਲਾਲਤੋਂ ਜਾਂ ਹੋਰ ਜਿੰਨੇ ਪੈਸੇਂਜਰ ਸੀ ਮੇਰੇ ਗ੍ਰੈਂਡਫਾਦਰ ਸੀਗੇ, ਉਹ ਫਰੀडम ਮੂਵਮੈਂਟ ਚਲੇ ਗਏ ਸੀਗੇ। ਤੇ ਉਹਨਾਂ ਨੇ ਬਹੁਤ ਲੰਬੀ ਲੜਾਈ ਲੜੀ ਆ ਇਹ। ਤੇ 1947 ਵਿੱਚ ਫਿਰ ਆਪਾਂ ਨੂੰ ਆਜ਼ਾਦੀ ਦਾ ਸੂਰਜ ਹਿੰਦੁਸਤਾਨੀਆਂ ਨੇ ਚੜ੍ਹਦਾ ਦੇਖਿਆ ਤੇ ਆਪਾਂ ਆਜ਼ਾਦ ਹੋਏ ਆ। ਤੇ ਉਸ ਤੋਂ ਮਗਰ 1947 ਤੋਂ ਮਗਰੋਂ ਫਿਰ ਜਿਹੜੀ ਪੰਜਾਬ ਗੌਰਮੈਂਟ ਸੀ, ਜਿਹਦੇ ਚੀਫ ਮਿਨਿਸਟਰ ਸੀ ਪ੍ਰਤਾਪ ਸਿੰਘ ਕੈਰੋਂ ਜੀ, ਫਿਰ ਉਹਨਾਂ ਨੇ ਸੱਦ ਕੇ ਉਹਨਾਂ ਦੀ ਜੋ ਸਭਾਵਾਂ ਸੀਗੀਆਂ ਉਹਨਾਂ ਨੂੰ ਰਿਕਗਨਾਈਜ਼ ਕੀਤਾ ਸੀਗਾ। ਇਹਦੇ ਬਾਰੇ ਅਸੀਂ ਵਿਸਥਾਰ ਵਿੱਚ ਗੱਲ ਕਰਨੇ। ਸੋ ਅੱਜ 99 ਸਾਲ ਹੋ ਗਏ ਜੀ, ਤੁਸੀਂ ਕੀ ਮਹਿਸੂਸ ਕਰ ਰਹੇ ਹੋ ਉਸ ਪਰਿਵਾਰ ਨਾਲ ਜੁੜੇ ਹੋਣ ਦੇ ਨਾਤੇ? ਜੋ ਇਹ ਸਫ਼ਰ ਹੈਗਾ ਸੀ, ਇਹਦੇ ਬਾਰੇ ਬਰੀਫਲੀ ਮੈਂ ਚਾਹਾਂਗਾ ਕਿ ਤੁਹਾਡਾ ਆਪਣਾ ਪਰਸਨਲ ਇਹਦੇ ਬਾਰੇ ਕੀ ਵਿਊ ਹੈਗਾ? ਇਸ ਟਾਈਮ 99 ਸਾਲ ਹੋ ਗਏ ਆ ਤੇ ਅਸੀਂ ਇਹੀ ਸੋਚਦੇ ਸੀਗੇ ਆਪਣੇ ਵੀ ਸਰਕਾਰ ਇਹਦੀ ਜਿਹੜੀ ਆ ਆਪਣੀ ਬਹੁਤ ਹੀ ਗਲਤ ਕੰਮ ਕੀਤਾ ਸੀ। ਉਹਨਾਂ ਨੇ ਇੱਕ ਡਿਸਕ੍ਰਿਮੀਨੇਸ਼ਨ ਜਿਹੜੇ ਐਕਟ ਦੇ ਹਿਸਾਬ ਨਾਲ ਵਾਪਸ ਘੱਲਿਆ ਗਿਆ ਸੀਗਾ ਵੀ ਸਰਕਾਰ ਪਾਰਲੀਮੈਂਟ 'ਚ ਮਾਫੀ ਮੰਗੇ, ਜੋ ਕਿ ਸਰਕਾਰ ਮੰਗਣ ਲਈ ਤਿਆਰ ਵੀ ਹੋ ਗਈ ਸੀਗੀ। ਤੇ ਉਸ ਜਦੋਂ ਫੈਡਰਲ ਸਰਕਾਰ ਨੇ ਅਨਾਊਂਸ ਕੀਤਾ ਸੀਗਾ ਕਿ ਇਹ ਜਿਹੜੀ ਮਾਫੀ ਆ ਇਹ ਪੋਲਿਜੀ ਆਪਣੇ ਅਸੀਂ ਅਫੀਸ਼ੀਅਲ ਪੋਲਿਜੀ ਪਾਰਲੀਮੈਂਟ 'ਚ ਮੰਗਾਂਗੇ, ਜਦੋਂ ਮਿਨਿਸਟਰ ਸਾਹਿਬ ਇੱਥੇ ਇਹ ਆਪਣੇ ਅਨਾਊਂਸ ਕਰਨ ਵਾਸਤੇ ਆਏ ਵੀ ਸੀਗੇ, ਮੈਂ ਉਹਨਾਂ ਨੂੰ ਐਂਡ ਤੇ ਆਪ ਵੀ ਪੁੱਛਿਆ ਸੀਗਾ, ਮੈਂ ਕਿਹਾ ਮਿਨਿਸਟਰ ਜਿਹੜੀ ਤੁਸੀਂ ਅਫੀਸ਼ੀਅਲ ਪੋਲਿਜੀ ਦੀ ਗੱਲ ਕਰਦੇ ਹੋ ਇਹ ਪਾਰਲੀਮੈਂਟ ਵਿੱਚ ਹੀ ਹੋਏਗੀ? ਉਹ ਕਹਿੰਦੇ ਯੈਸ, ਇਹ ਜਿਹੜੀ ਹਾਂਜੀ ਉਹ ਕਹਿੰਦੇ ਸੀ ਕਿ ਇਹ ਜਿਹੜੀ ਮਾਫੀ ਆ ਇਹ ਪਾਰਲੀਮੈਂਟ ਵਿੱਚ ਹੀ ਹੋਏਗੀ। ਲੇਕਿਨ ਉਹ ਕੁਝ ਹੋਰ ਹੋਇਆ, ਇਹਦੇ ਬਾਰੇ ਵੀ ਅਸੀਂ ਗੱਲਬਾਤ ਹਾਂਜੀ ਹਰਭਜਨ ਜੀ। ਹੁਣ ਗੱਲ ਆਉਂਦੀ ਕਿ ਤੁਸੀਂ ਇਹ ਸੰਸਥਾ ਜਦੋਂ ਬਣਾਈ, ਪਹਿਲਾਂ ਤਾਂ ਕਿਸ ਸੰਨ ਵਿੱਚ ਬਣਾਈ ਸੀ, ਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਜਿਹੜਾ ਤੁਹਾਡੀ ਸੰਸਥਾ ਵੱਲੋਂ ਤੇ ਹੋਰ ਸੰਸਥਾਵਾਂ ਵੱਲੋਂ ਜਿਹੜੇ ਕੰਮ ਕੀਤੇ ਗਏ ਨੇ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਹਾਂਜੀ,
ਸੰਸਥਾ ਅਸੀਂ 1995 ਦੇ ਵਿੱਚ ਬਣਾਈ ਸੀ ਜੀ। ਪਰ ਅਸੀਂ ਰਜਿਸਟਰ ਨੂੰ 2005 ਦੇ ਵਿੱਚ ਕੀਤਾ ਸੀ। ਅੱਛਾ ਜੀ। ਤੇ ਉਹ ਅਸੀਂ ਜਦ ਤੋਂ 1995 ਤੋਂ ਹਰ ਸਾਲ ਕੋਈ ਨਾ ਕੋਈ ਪ੍ਰੋਗਰਾਮ ਕਰੀ ਜਾਈਦਾ ਜੀ। ਤੇ ਮੇਨ ਮਕਸਦ ਸਾਡਾ ਚਾਲੂ ਤੋਂ ਹੋਇਆ ਸੀ ਵੀ ਯੂਨੀਵਰਸਿਟੀ ਜਾਂ ਸਟੂਡੈਂਟਸਾਂ ਨੂੰ ਇਸ ਵਾਸਤੇ ਅਵੇਅਰਨੈਸ ਕੀਤਾ ਜਾਵੇ ਜੀ। ਤੇ ਇੱਕ ਤਾਂ ਪਹਿਲੀ ਅਸੀਂ ਜੋ ਅਸੀਂ ਕਹਿ ਸਕਦੇ ਹਾਂ ਵੀ ਕਾਮਯਾਬੀ ਪਾਈ ਆ, ਇੱਕ 10ਵੀਂ ਦੇ ਵਿੱਚ ਅਸੀਂ ਹਿਸਟਰੀ ਦੇ ਵਿੱਚ ਇੱਕ ਸਬਜੈਕਟ ਅਪਰੂਵ ਕਰਾਇਆ ਸੀ। ਓਕੇ। ਤੇ ਹੁਣ ਉਹ BC ਦੇ ਵਿੱਚ ਹਰ 10ਵੀਂ ਦੀ ਹਿਸਟਰੀ ਦੀ ਕਲਾਸ ਦੇ ਵਿੱਚ ਅੱਛਾ ਜੀ ਪੜ੍ਹਾਇਆ ਜਾਂਦਾ ਹੈ। ਓਕੇ। ਤੇ ਉਹਦੇ ਵਿੱਚ BC ਟੀਚਰਸ ਫੈਡਰੇਸ਼ਨ ਦੇ ਵੱਲੋਂ ਇਹ ਪ੍ਰੋਗਰਾਮ ਅਪਰੂਵ ਹੋਇਆ ਸੀ। ਤੇ ਇੱਕ ਵਧੀਆ ਗੱਲ ਇਹ ਤੁਸੀਂ ਜਿਹੜੀ ਹਿਸਟਰੀ ਕੋਈ ਵੀ ਸਟੱਡੀ ਹੁੰਦੀ ਨਾ ਉਹਨੂੰ ਪੜ੍ਹਾਉਣੇ ਲਈ ਤੇ ਲਾਗੂ ਕਰ ਦਿੰਦੇ ਆ, ਪਰ ਉਹਨੂੰ ਜਿਹੜੇ ਪੜ੍ਹਾਉਣ ਵਾਲੇ ਆ ਉਹਨਾਂ ਨੂੰ ਵੀ ਪਹਿਲਾਂ ਟੀਚ ਕਰਨਾ ਪੈਂਦਾ ਭਈ ਇਹਨੂੰ ਕਿਸ ਤਰ੍ਹਾਂ ਪੜ੍ਹਾਉਣਾ। ਰਾਈਟ। ਤੇ BC ਟੀਚਰ ਫੈਡਰੇਸ਼ਨ ਵਾਲਿਆਂ ਨੇ 160 ਟੀਚਰਾਂ ਨੂੰ ਇੱਕ ਹਫ਼ਤਾ ਲਿਜਾ ਕੇ ਉਹਨਾਂ ਨੂੰ ਇਸ ਸਬਜੈਕਟ ਬਾਰੇ ਦੱਸਿਆ ਭਈ ਇਹ ਆਹ ਚੀਜ਼ ਆ Okay. ਤੇ ਇਹਨੂੰ ਬੱਚਿਆਂ ਤੱਕ ਕਿੱਦਾਂ ਪਹੁੰਚਾਉਣਾ ਤੇ ਬੱਚਿਆਂ ਨੇ ਕਿੱਦਾਂ ਇਸ ਨੂੰ ਅੰਡਰਸਟੈਂਡ ਕਰਨਾ। ਰਾਈਟ। ਤੇ ਉਹ ਹੁਣ ਪਿਛਲੇ 3 ਸਾਲ ਹੋ ਗਏ ਜੀ ਜੀ। ਇਹ 10ਵੀਂ ਕਲਾਸ ਨੂੰ ਉਹ ਇਸ ਆਪਣੀ ਹਿਸਟਰੀ ਬਾਰੇ ਤੇ ਆਪਣੀ ਪਾਇਓਨੀਅਰਸ ਬਾਰੇ ਰਾਈਟ। ਤੇ ਕਾਮਾਗਾਟਾ ਮਾਰੂ ਬਾਰੇ ਉਹ 10ਵੀਂ ਦੇ ਵਿੱਚ ਸੋ ਇਹ ਇਨੀਸ਼ੀਏਟਿਵ ਤੁਹਾਡੀ ਸੰਸਥਾ ਵੱਲੋਂ ਲਿਆ ਗਿਆ, ਕੀ ਇਸ ਨੂੰ ਐਕਸਪੈਂਡ ਕਰਨ ਲਈ ਪੂਰੇ ਕੈਨੇਡਾ ਭਰ ਵਿੱਚ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ? ਹਾਂਜੀ ਬਿਲਕੁਲ। ਸਾਨੂੰ ਪਿੱਛੇ ਜਦੋਂ ਇੱਦਾਂ ਦਾ ਤੁਸੀਂ ਕਰੈਕੂਲਮ ਕਰਦੇ ਹੁੰਦੇ ਨਾ ਉਹ ਕਰੈਕੂਲਮ BC ਟੀਚਰਸ ਫੈਡਰੇਸ਼ਨ ਵਾਲਿਆਂ ਦੇ ਕੋਲ ਉਹਨਾਂ ਦੇ ਕੋਲ ਰਾਈਟਸ ਚੱਲ ਜਾਂਦੀ ਹੈ ਜੀ। ਤੇ ਸਾਡੇ ਜਿਹੜੇ 2-3 ਸੰਸਥਾਵਾਂ ਨੇ ਅਸੀਂ ਇਕੱਠੇ ਹੋ ਕੇ ਕੰਮ ਕੀਤਾ ਸੀ। ਗਵਰਨਮੈਂਟ ਆਫ ਮੈਨੀਟੋਬਾ, ਗਵਰਨਮੈਂਟ ਆਫ ਓਨਟਾਰੀਓ ਜੀ। ਉਹਨਾਂ ਨੂੰ ਅਪਰੋਚ ਕੀਤਾ ਵੀ ਅਸੀਂ ਵੀ ਇਹ ਸਬਜੈਕਟ ਪੜ੍ਹਾਉਣਾ ਚਾਹੁੰਦੇ ਹਾਂ। Okay. ਤੇ ਅਸੀਂ ਹੁਣ ਕੋਸ਼ਿਸ਼ ਕਰ ਰਹੇ ਹਾਂ ਵੀ ਉਹ ਬਾਕੀ ਦੇ ਵੀ ਸਿਰਫ ਇਹ 1-2 ਹੋਰ ਪ੍ਰੋਵਿੰਸ ਨਾ ਹੋਵੇ, ਨੈਸ਼ਨਲੀ ਇਸ ਨੂੰ ਅਗਲੇ ਸਾਲ ਅਸੀਂ ਇੰਨਾ ਅਵੇਅਰਨੈਸ ਕਰ ਦਾਂਗੇ ਜੀ। ਕਿਉਂਕਿ ਬਾਕੀ ਸਾਰੇ ਹੀ ਸਾਨੂੰ ਇਹ ਕਹਿਣਗੇ ਵੀ ਇਹ ਚੀਜ਼ ਪੜਾਉਣੇ ਦੇ ਯੋਗ ਹੈ ਤੇ ਇਹ ਪੜਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜਿੱਥੇ ਹਰ ਸਾਲ ਤੁਸੀਂ ਜਦੋਂ ਇਹ ਜਹਾਜ਼ ਇੱਥੇ ਆਇਆ ਤੇ ਇੱਥੇ ਗਿਆ ਉਸ ਸਮੇਂ ਤੁਸੀਂ ਇੱਕ ਪਬਲਿਕ ਰੈਲੀਜ਼ ਵੀ ਕਰਦੇ ਹੈਗੇ ਹੋ, ਲੋਕਾਂ ਨੂੰ ਇਕੱਠੇ ਵੀ ਕਰਦੇ ਹੋ, ਉਸ ਤੋਂ ਇਲਾਵਾ ਵੀ ਕੁਝ ਕੀਤਾ ਗਿਆ ਕਿ ਜਿਸ ਤਰ੍ਹਾਂ ਇਹ ਤਾਂ ਇੱਕ ਮੇਜਰ ਗੱਲ ਹੋ ਗਈ ਕਿ ਤੁਸੀਂ ਜਿਹੜਾ ਸਟੱਡੀਜ਼ ਦੇ ਹਿਸਾਬ ਨਾਲ ਇਸ ਸਬਜੈਕਟ ਬਾਰੇ ਬੱਚਿਆਂ ਨੂੰ ਦੱਸਣ ਵਾਸਤੇ ਇੰਟਰੋਡਿਊਸ ਕਰਵਾ ਲਿਆ, ਪਰ ਕੀ ਹੋਰ ਕਮਿਊਨਿਟੀਜ਼ ਨੂੰ ਨਾਲ ਇਨਵੋਲਵ ਕਰਕੇ, ਜਿਸ ਤਰ੍ਹਾਂ ਤੁਸੀਂ ਸ਼ੁਰੂ ਵਿੱਚ ਕਹੀ ਸੀ ਕਿ ਨਾ ਸਿਰਫ ਆਪਣੀ ਕਮਿਊਨਿਟੀ ਵਿੱਚ ਅਵੇਅਰਨੈਸ ਲਿਆਉਣੀ ਪਰ ਨਾਲ ਮੇਨ ਸਟ੍ਰੀਮ ਨੂੰ ਵੀ ਨਾਲ ਜੋੜਨਾ, ਉਹਦੇ ਵਾਸਤੇ ਕੁਝ ਕੀਤਾ ਗਿਆ? ਹਾਂਜੀ, ਅਸੀਂ 2007 ਦੇ ਵਿੱਚ ਸਾਰੀਆਂ ਕਮਿਊਨਿਟੀਆਂ ਨੂੰ ਇਕੱਠਿਆਂ ਕਰਕੇ ਜੀ ਇੱਕ 2007 ਤੇ 1907 ਦੇ ਵਿੱਚ ਵੈਨਕੂਵਰ ਦੇ ਵਿੱਚ ਰਾਇਟਸ ਹੋਈ ਸੀ ਜੀ। ਤੇ ਬੈਲਿੰਗਹੈਮ ਦੇ ਵਿੱਚ ਆਪਣੇ ਪੰਜਾਬੀਆਂ ਦੇ ਨਾਲ ਬੈਲਿੰਗਹੈਮ ਦੇ ਵਿੱਚ ਇੱਕ ਉਸ ਵੇਲੇ 350 ਬੰਦਾ ਬੈਲਿੰਗਹੈਮ ਦੇ ਵਿੱਚ ਮਿਲਾਂ ਦੇ ਵਿੱਚ ਕੰਮ ਕਰਦਾ ਸੀ ਜੀ। ਉੱਥੇ ਉਹਨਾਂ ਦੇ ਘਰ ਆ ਕੇ ਕੁੱਟ ਕੇ ਜਾਣੀ ਕਿ ਬੈਲਿੰਗਹੈਮ ਦੇ ਵਿੱਚੋਂ ਆਪਣੇ ਪੰਜਾਬੀ ਨੂੰ ਬਾਹਰ ਕੱਢ ਦਿੱਤਾ ਸੀ 4 ਸਤੰਬਰ 1907 ਨੂੰ। ਓਕੇ। ਤੇ ਅਸੀਂ ਇਹ ਫਿਰ ਉਹੀ ਜਦੋਂ ਥੋੜੇ ਬੰਦੇ ਇੱਧਰ ਵੈਨਕੂਵਰ ਆ ਗਏ, ਬਾਕੀ ਬੰਦੇ ਓਰੇਗਨ ਦੇ ਵਿੱਚ ਚਲੇ ਗਏ, ਕੈਲੀਫੋਰਨੀਆ ਵਿੱਚ ਚਲੇ ਗਏ। ਜਦੋਂ ਵੈਨਕੂਵਰ ਵਿੱਚ ਆਪਣੇ ਪੰਜਾਬੀ ਬੰਦੇ ਆਏ ਦੇਖੇ ਤੇ ਵੈਨਕੂਵਰ ਦੇ ਜਿਹੜੇ ਵਾਈਟ ਸੁਪਰੀਮਿਸਟ ਸੀਗੇ ਨਾ ਜੀ, ਉਹਨੇ ਇਹਦੇ ਬਾਰੇ ਬਹੁਤ ਮਾੜਾ ਸਮਝਿਆ ਵੀ ਇਹ ਸਾਡੇ ਇੱਥੇ ਵੈਨਕੂਵਰ ਵਿੱਚ ਆ ਗਏ। ਤੇ 3 ਦਿਨ ਬਾਅਦ ਵੈਨਕੂਵਰ ਵਿੱਚ ਰਾਇਟਸ ਹੋ ਗਏ ਜੀ। ਉਸ ਵੇਲੇ ਚਾਈਨਾ ਟਾਊਨ ਉਸ ਵੇਲੇ ਆਪਣੇ ਪੰਜਾਬੀਆਂ ਨੂੰ ਜਾਂ ਹਿੰਦੁਸਤਾਨੀਆਂ ਨੂੰ ਤੇ ਚਾਈਨੀਜ਼ ਨੂੰ ਜਾਂ ਜਾਪਾਨੀਆਂ ਨੂੰ ਕਹਿੰਦੇ ਸੀ ਵੀ ਇਹ ਸਾਡੀਆਂ ਜੌਬਾਂ ਲੈ ਰਹੇ ਆ ਤੇ ਇਹਨਾਂ ਨੂੰ ਇੱਥੋਂ ਬਾਹਰ ਕੱਢੋ। ਤੇ ਉਸ ਵੇਲੇ ਉਹ 1907 ਵਿੱਚ ਰਾਈਟ ਹੋਏ ਸੀ ਤੇ ਉਹ ਅਸੀਂ 100 ਸਾਲਾ ਮਨਾਇਆ ਸੀ। ਤੇ ਉਹ ਇਹ ਸਾਰੀਆਂ ਕਮਿਊਨਿਟੀਆਂ ਨੂੰ ਇਕੱਠੇ ਕਰਕੇ 1000 ਬੰਦਾ ਉੱਥੇ ਇਕੱਠਾ ਆਪਣੀ ਨੈਸ਼ਨਲ ਲੈਵਲ ਤੇ ਮਿਨਿਸਟਰ ਸਾਹਿਬ ਵੀ ਆਏ, ਸਭ ਕੁਝ ਆਏ। ਤੇ ਉਸ ਵਿੱਚ ਜੋ ਅਵੇਅਰਨੈਸ ਆਪਣੀ ਕਮਿਊਨਿਟੀ ਦੇ ਪਾਇਨੀਅਰਸ ਬਾਰੇ ਹੋਈ ਆ ਉਹਦੇ ਨਾਲ ਬਾਕੀ ਦੇ ਕਮਿਊਨਿਟੀ ਨੂੰ ਪਤਾ ਲੱਗ ਗਿਆ। ਸੋ ਰੀਕਨਸੀਲੀਏਸ਼ਨ ਦੀ ਜਿਹੜੀ ਤੁਸੀਂ ਗੱਲ ਕੀਤੀ ਤੇ ਨਾਲ ਬਾਕੀ ਕਮਿਊਨਿਟੀਜ਼ ਨੂੰ ਜੋੜਿਆ, ਇਹਦਾ ਕੀ ਇੰਪੈਕਟ ਪੈ ਰਿਹਾ, ਇਹਦੇ ਬਾਰੇ ਗੱਲਬਾਤ ਕਰਦੇ ਹਾਂ। ਕਿਉਂਕਿ ਇਹ ਜਿਹੜਾ ਸਮੱਸਿਆ ਜਿਹੜੀ ਹੈਗੀ ਹੈ ਕਿ ਇਸ ਵਿੱਚ ਜਿਸ ਤਰ੍ਹਾਂ ਰਾਜਤੂਰ ਨੇ ਵੀ ਸ਼ੁਰੂਆਤ ਵਿੱਚ ਹੀ ਗੱਲ ਕਰ ਦਿੱਤੀ ਕਿ ਅਪੋਲੋਜੀ ਦੀ ਜਿਹੜੀ ਗੱਲ ਕਰਦੇ ਹਾਂ ਕਿ ਪੈਸੇ ਦੀ ਕੋਈ ਗੱਲ ਨਹੀਂ, ਲੇਕਿਨ ਇੱਜ਼ਤ ਮਾਨ ਨਾਲ ਮਾਫੀ ਜਿਹੜੀ ਹੈਗੀ ਉਹ ਪਾਰਲੀਮੈਂਟ ਵਿੱਚ ਮੰਗਣੀ ਚਾਹੀਦੀ ਹੈ। ਇਸ ਸੰਬੰਧ ਵਿੱਚ ਜੋ ਪੋਲਿਟਿਕਸ ਖੇਡੀ ਗਈ ਇਹਦੇ ਬਾਰੇ ਵੀ ਗੱਲਬਾਤ ਕਰਦੇ ਹਾਂ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸੋ ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ। ਗੱਲਬਾਤ ਕਰ ਰਹੇ ਹਾਂ ਰਾਜਤੂਰ ਜੀ ਨਾਲ ਜਿਹੜੇ ਕਿ ਗ੍ਰੈਂਡਸਨ ਹਨ ਸਰਦਾਰ ਪੂਰਨ ਸਿੰਘ ਜੀ ਦੇ ਤੇ ਨਾਲ ਹਰਭਜਨ ਸਿੰਘ ਗਿੱਲ ਨਾਲ। ਸੋ ਜੋ ਗੱਲਾਂ ਬਾਤਾਂ ਹੋ ਰਹੀਆਂ ਸੀ ਬ੍ਰੇਕ ਤੋਂ ਪਹਿਲਾਂ, ਤੁਸੀਂ ਅਪੋਲੋਜੀ ਦੀ ਜਿਹੜੀ ਗੱਲ ਕੀਤੀ ਉਸ ਵਿੱਚ ਜਿਸ ਤਰੀਕੇ ਨਾਲ ਜੋ ਸਿਆਸਤ ਖੇਡੀ ਗਈ ਹੈ, ਪ੍ਰਧਾਨ ਮੰਤਰੀ ਆਏ ਇੱਕ ਮੇਲੇ ਦੇ ਵਿੱਚ, ਉਹਨਾਂ ਨੇ ਉੱਥੇ ਅਪੋਲੋਜੀ ਮੰਗ ਲਈ, ਉਸ ਤੋਂ ਬਾਅਦ ਉੱਥੇ ਹੀ ਰੌਲਾ ਪੈ ਗਿਆ। ਪਰ ਉਸ ਤੋਂ ਬਾਅਦ ਜੇਸਨ ਕੈਨੀ ਦਾ, ਜਿਨ੍ਹਾਂ ਦਾ ਤੁਸੀਂ ਮਿਨਿਸਟਰ ਨੂੰ ਜ਼ਿਕਰ ਕੀਤਾ ਸੀ,
ਉਹਨਾਂ ਨੇ ਵੀ ਇਹ ਇਨੀਸ਼ੀਅਲੀ ਕਿਹਾ ਸੀ ਕਿ ਇਹ ਪਾਰਲੀਮੈਂਟ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਮੰਗੀ ਜਾਏਗੀ ਮਾਫੀ, ਲੇਕਿਨ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਨਹੀਂ, ਮਾਫੀ ਮੰਗ ਲਈ ਗਈ ਹੈ, ਹੋਰ ਇਸ ਦੇ ਉੱਤੇ ਕੋਈ ਗੱਲਬਾਤ ਨਹੀਂ ਹੋਏਗੀ। ਐਜ਼ ਪਰਿਵਾਰ ਵਾਲੇ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਉਹ ਅਪੋਲੋਜੀ ਇਨਫ ਨਹੀਂ ਹੈਗੀ? ਕਿਉਂਕਿ ਉਹ ਵੀ ਸੱਦਾ ਜਿਹੜਾ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਵੀ ਇਹ ਕਿਹਾ ਗਿਆ, ਜੇਸਨ ਕੈਨੀ ਵੱਲੋਂ ਵੀ ਬਾਰ-ਬਾਰ ਇਹ ਕਿਹਾ ਗਿਆ ਕਿ ਉਹ ਰੈਕਡ ਹੈਗਾ, ਇੱਕ ਪਬਲਿਕ ਰੈਕਡ ਹੈਗਾ ਜਿਹੜਾ ਪਾਰਲੀਮੈਂਟ ਵਿੱਚ ਹੈਗਾ। ਇਹਦੇ ਬਾਰੇ ਤੁਸੀਂ ਕਹਿੰਦੇ? ਦੇਖੋ, ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ ਸੀਗਾ ਵੀ ਉਹ ਬਿਲਕੁਲ ਗੌਰਮੈਂਟ ਤਿਆਰ ਹੋ ਗਈ ਸੀਗੀ। ਉਸ ਤੋਂ ਪਹਿਲਾਂ ਸਾਡੀਆਂ ਈਮੇਲਾਂ ਵੀ ਗਈਆਂ ਨੇ, ਉਹਨਾਂ ਨਾਲ ਗੌਰਮੈਂਟ ਅਸੀਂ ਗੱਲਾਂ ਬਾਤਾਂ ਕਰਦੇ ਰਹੇ ਹੈਗੇ ਆ, ਅਤੇ ਉਹ ਕਹਿੰਦੇ ਸੀ ਓਕੇ ਵੀ ਅਸੀਂ ਆਪਣੇ ਅਨਾਊਂਸ ਕਰਨ ਜਾ ਰਹੇ ਹਾਂ। ਫਿਰ ਜਦੋਂ ਮਿਨਿਸਟਰ ਸਾਹਿਬ ਨੇ ਅਨਾਊਂਸ ਕੀਤਾ, ਜਿਵੇਂ ਪਹਿਲਾਂ ਗੱਲ ਕੀਤੀ ਆ ਵੀ ਇਹ ਮਾਫੀ ਫਿਸਲ ਹੋਏਗੀ ਅਤੇ ਪਾਰਲੀਮੈਂਟ 'ਚ ਹੋਏਗੀ, ਉਸ ਤੋਂ ਮਗਰੋਂ ਅਸੀਂ 2 ਮਹੀਨੇ ਵੇਟ ਕਰਦੇ ਰਹੇ ਹਾਂ ਅਸੀਂ ਕਿ ਵੀ ਹੁਣ ਵੀ ਸਾਨੂੰ ਕੋਈ ਲੈਟਰ ਆਇਆ ਵੀ ਜਾਂ ਕੋਈ ਟਾਈਮ ਲਾਈਨ ਦੇਣਗੇ। ਉਸ ਤੋਂ ਮਗਰੋਂ ਸਾਨੂੰ ਤਾਂ ਉਦੋਂ ਹੀ ਪਤਾ ਲੱਗਿਆ ਵੀ ਜਿਹੜੀ ਇਹ ਮਾਫੀ ਆ ਜਿਹੜੀ ਇੱਕ ਮੇਲੇ 'ਚ ਮੰਗੀ ਜਾ ਰਹੀ ਹੈਗੀ ਆ, ਕਿਉਂਕਿ ਇੱਕ ਮੀਟਿੰਗ ਸੱਦੀ ਸੀ ਉਹਨਾਂ ਨੇ। ਇੱਕ ਦਿਨ ਪਹਿਲਾਂ ਹੀ ਸਾਨੂੰ ਆਪਣੇ ਫੋਨ ਆਇਆ ਸੀਗਾ ਅਤੇ ਉਹ ਕਹਿੰਦੇ ਸੀਗੇ ਵੀ ਪ੍ਰਾਈਮ ਮਿਨਿਸਟਰ ਸਾਹਿਬ ਆ ਰਹੇ ਨੇ ਅਤੇ ਵੀ ਤੁਸੀਂ ਆ ਕੇ ਤੁਹਾਡੇ ਨਾਲ ਗੱਲ ਕਰਨੀ ਹੈਗੀ ਆ। ਉੱਥੇ ਸਾਰੇ ਗਰੁੱਪ ਜਿਹੜੇ ਸੀਗੇ ਉਸ ਮੀਟਿੰਗ 'ਚ ਆਪਣੇ ਇਕੱਠੇ ਹੋਏ ਸੀਗੇ ਅਤੇ ਉੱਥੇ ਪ੍ਰਾਈਮ ਮਿਨਿਸਟਰ ਸਾਹਿਬ ਤਾਂ ਫਿਰ ਆਏ ਨਹੀਂ ਹੈਗੇ। ਫਿਰ ਉੱਥੇ ਜਿਹੜੇ ਮਿਨਿਸਟਰ ਜਿਹੜੇ ਸੀਗੇ ਜਿਮ ਐਬਟ ਸੀਗੇ ਅਤੇ ਉਹ ਬੈਠੇ ਹੋਏ ਸੀਗੇ, ਮੈਂ ਵੀ ਉਸ ਮੀਟਿੰਗ ਵਿੱਚ ਸੀਗਾ। ਅਤੇ ਉਦੋਂ ਉਹ ਕਹਿੰਦੇ ਸੀਗੇ ਵੀ ਜਿਹੜੀ ਮਾਫੀ ਅਸੀਂ ਚੇਂਜ ਕਰ ਦਿੱਤੀ ਗਈ ਆ, ਵੀ ਜਿਹੜੀ ਮਾਫੀ ਉੱਥੇ ਮੰਗੀ ਜਾਣੀ ਸੀਗੀ ਉਹ ਅਸੀਂ ਇੱਕ ਮੇਲੇ 'ਚ ਅਸੀਂ ਹੁਣ ਇੱਥੇ ਬੇਅਰ ਕ੍ਰੀਕ ਪਾਰਕ 'ਚ ਮੰਗਣੀ ਹੈਗੀ ਆ। ਅਤੇ ਉਹ ਫਿਰ ਸਾਰਿਆਂ ਨੇ ਉੱਥੇ ਬੈਠਿਆਂ ਨੇ ਉਸ ਨੂੰ ਰਿਜੈਕਟ ਕਰ ਦਿੱਤਾ ਸੀਗਾ। ਅਸਲ ਵੀ ਜਿਹੜੀ ਸਾਊਥ ਈਸਟਰਨ ਕਮਿਊਨਿਟੀ ਆ ਜਿਹੜੀ ਉਹ ਇਹੀ ਚਾਹੁੰਦੀ ਹੈਗੀ ਆ ਵੀ ਜਿਹੜੀ ਮਾਫੀ ਆ ਇਹ ਪਾਰਲੀਮੈਂਟ 'ਚ ਮੰਗੀ ਜਾਵੇ। ਉਸ ਦੇ ਬਾਵਜੂਦ, ਤੁਹਾਡੇ ਸਾਰਿਆਂ ਦੇ ਕਹਿਣ ਦੇ ਬਾਵਜੂਦ, ਸੰਸਥਾਵਾਂ ਵੀ ਉੱਥੇ ਸੀ, ਤੁਸੀਂ ਵੀ ਪਰਿਵਾਰ ਵਾਲੇ ਸੀ, ਤੁਹਾਨੂੰ ਕੀ ਲੱਗਦਾ ਕਿਉਂ ਸਰਕਾਰ ਨੇ ਇੰਜ ਕੀਤਾ ਕਿ ਉਹ ਪਾਰਲੀਮੈਂਟ 'ਚ ਨਹੀਂ ਇੱਕ ਪਾਰਕ ਵਿੱਚ ਆ ਕੇ ਉਹਨਾਂ ਨੇ ਇਹ ਮਾਫੀ ਨੂੰ ਫੋਕਸ ਕੀਤਾ? ਇਹਦੇ ਵਿੱਚ ਹੁਣ ਸਾਨੂੰ ਪਤਾ ਨਹੀਂ ਕਿਹਨੇ ਕਿਹੜੀ ਗੇਮ ਖੇਲੀ ਆ। ਇਹਦੇ 'ਚ ਹੋ ਸਕਦਾ ਕੁਛ ਆਪਣੇ ਗਰੁੱਪ ਵੀ ਇਨਵੋਲਵ ਹੋਣਗੇ ਇਹਦੇ 'ਚ। ਅਤੇ ਸਾਨੂੰ ਤਾਂ ਅਸੀਂ ਜਦੋਂ ਗਏ ਸੀਗੇ ਸਾਨੂੰ ਤਾਂ ਇਹੀ ਦੱਸਿਆ ਗਿਆ ਸੀਗਾ ਵੀ ਪ੍ਰਾਈਮ ਮਿਨਿਸਟਰ ਸਾਹਿਬ ਆ ਰਹੇ ਨੇ, ਇਸ ਤੋਂ ਵੱਧ ਕਿਸੇ ਕੋਈ ਗੱਲ ਨਹੀਂ ਸੀ ਕੀਤੀ ਗਈ। ਅਸੀਂ ਉੱਥੇ ਚਲੇ ਗਏ ਸੀਗੇ ਅਤੇ ਆਪਣੇ ਉੱਤੇ ਜੋ ਵੀ ਉਹਨਾਂ ਨੇ ਕਿਸੇ ਨੂੰ ਬਿਠਾਉਣਾ ਸੀਗਾ ਪਹਿਲਾਂ ਹੀ ਕੋਈ ਸੈੱਟ ਕੀਤਾ ਸੀਗਾ, ਉੱਥੇ ਬੈਠੇ ਸੀਗੇ। ਅਸੀਂ ਤਾਂ ਥੱਲੇ ਬੈਠੇ ਸੀਗੇ, ਕਹਿੰਦੇ ਓਨਲੀ VIP ਬੰਦੇ ਉੱਤੇ ਜਾ ਸਕਦੇ ਨੇ, ਅਸੀਂ ਤਾਂ ਥੱਲੇ ਖੜ੍ਹੇ ਸੀਗੇ। ਸੋ ਕੀ ਤੁਸੀਂ ਪਰਿਵਾਰ ਵਾਲੇ ਅਤੇ ਹੋਰ ਜਿਹੜੇ ਕਿ ਲੋਕ ਸੁਹਿਰਦ ਨੇ ਅਤੇ ਇਸ ਕਾਜ਼ ਨਾਲ ਜੁੜੇ ਹੋਏ ਨੇ, ਕੀ ਤੁਸੀਂ ਬਿਟਰੇਡ ਫੀਲ ਕਰਦੇ ਹੋ? ਨਹੀਂ, ਉਸ ਟਾਈਮ ਜਦੋਂ ਅਸੀਂ ਜੋ ਕਹਿੰਦੇ ਸੀ ਵੀ ਓਨਲੀ VIP ਬੰਦੇ ਉੱਤੇ ਜਾ ਸਕਦੇ ਹੈਗੇ ਨੇ, ਅਸੀਂ ਸੋਚਿਆ ਵੀ ਸਾਨੂੰ ਕੋਈ ਫਰਕ ਨਹੀਂ, ਇੱਥੇ ਕਿਹੜਾ ਕੋਈ ਮਾਫੀ ਮੰਗੀ ਜਾਣੀ ਹੈਗੀ ਆ, ਕੋਈ ਮਰਜ਼ੀ ਉੱਤੇ ਜਾ ਕੇ ਬਹਿ ਜਾਵੇ। ਅਸੀਂ ਤਾਂ ਸਾਰੇ ਬੜੇ ਖੁਸ਼ ਸੀਗੇ, ਪ੍ਰਾਈਮ ਮਿਨਿਸਟਰ ਸਾਹਿਬ ਨੇ ਬੜੀਆਂ ਫੋਟੋਆਂ ਖਿਚਾਈਆਂ ਸੀ ਅਤੇ ਸਾਰੇ ਬੜਾ ਖੁਸ਼ੀ ਦਾ ਮਾਹੌਲ ਸੀ ਉੱਥੇ। ਪਰ ਸਾਰੇ ਜਾਣੇ ਇਹੀ ਸੋਚ ਰਹੇ ਸੀ, ਜਿਹੜੇ ਲੋਕ ਉੱਥੇ ਕਮਿਊਨਿਟੀ 'ਚ ਬੈਠੇ ਸੀਗੇ ਉਹ ਵੀ ਸਾਰੇ ਇਹੀ ਸੋਚ ਰਹੇ ਸੀ ਵੀ ਹੁਣ ਟਾਈਮ ਲਾਈਨ ਦੇ ਕੇ ਜਾਣਗੇ ਵੀ ਫਲਾਨੀ ਤਰੀਕ ਨੂੰ ਮਾਫੀ ਮੰਗੀ ਜਾਣੀ ਹੈ ਪਾਰਲੀਮੈਂਟ ਵਿੱਚ। ਅਸੀਂ ਤਾਂ ਇਹੀ ਐਕਸਪੈਕਟ ਕਰ ਰਹੇ ਸੀਗੇ ਅਤੇ ਲੋਕ ਵੀ ਇਹੀ ਐਕਸਪੈਕਟ ਕਰ ਰਹੇ ਸੀਗੇ। ਤਾਂ ਜਦੋਂ ਪ੍ਰਾਈਮ ਮਿਨਿਸਟਰ ਸਾਹਿਬ ਨੇ ਮਾਫੀ ਮੰਗਣੀ ਸ਼ੁਰੂ ਕਰ ਦਿੱਤੀ, ਇੱਕ ਦਿਨ ਪਹਿਲਾਂ ਹੋਈ ਮੀਟਿੰਗ ਵਿੱਚ ਕੀ ਤੁਹਾਨੂੰ ਨਹੀਂ ਦੱਸਿਆ ਗਿਆ ਸੀ ਕਿ ਅਗਲੇ ਦਿਨ ਪ੍ਰਧਾਨ ਮੰਤਰੀ ਨੇ ਮਾਫੀ ਮੰਗਣੀ? ਨਹੀਂ, ਬਿਲਕੁਲ ਨਹੀਂ ਸੀ ਦੱਸਿਆ ਗਿਆ। ਅਸੀਂ ਜਦੋਂ ਇਹ ਗੱਲ ਕਹਿ ਕੇ ਸਾਰੇ ਜਾਣੇ ਆ ਗਏ ਸੀਗੇ ਵੀ ਜਿਹੜੀ ਤੁਸੀਂ ਮਾਫੀ ਆ ਵੀ ਜਿਹੜੀ ਪਾਰਲੀਮੈਂਟ 'ਚ ਮੰਗਿਓ, ਜੇ ਤੁਸੀਂ ਇੱਥੇ ਕੋਈ ਮਾਫੀ ਮੰਗੀ ਉਹ ਐਕਸੈਪਟ ਨਹੀਂ ਹੋਣੀ। ਉਹ ਕਹਿੰਦੇ ਸੀ ਅਸੀਂ ਫਿਰ ਤੁਹਾਨੂੰ ਸੋਚ ਕੇ ਦੱਸਾਂਗੇ। ਉਸ ਤੋਂ ਮਗਰੋਂ ਸਾਡੇ ਨਾਲ ਕੋਈ ਕਿਸੇ ਨੇ ਗੱਲ ਨਹੀਂ ਹੋਈ। ਓਕੇ, ਸੋ ਇਹ ਸਾਰਾ ਜੋ ਕੁਝ ਹੋਇਆ ਜਦੋਂ ਪ੍ਰਧਾਨ ਮੰਤਰੀ ਨੇ ਮਾਫੀ ਮੰਗ ਲਈ, ਕੀ ਪਰਿਵਾਰ ਵਾਲੇ ਬਿਟਰੇਡ ਫੀਲ ਕਰਦੇ ਨੇ, ਮਹਿਸੂਸ ਕਰਦੇ ਨੇ ਕਿ ਉਹਨਾਂ ਨਾਲ ਇਹ ਜ਼ਿਆਦਤੀ ਹੋਈ? ਦੇਖੋ, ਇਹ ਇਕੱਲੇ ਪਰਿਵਾਰ ਵਾਲੇ ਨਹੀਂ ਹੈਗੇ। ਜਦੋਂ ਮਾਫੀ ਪ੍ਰਾਈਮ ਮਿਨਿਸਟਰ ਸਾਹਿਬ ਮੰਗ ਰਹੇ ਸੀਗੇ ਤਾਂ ਜਿਹੜੇ ਲੋਕ ਵਾਲੇ ਖੁਸ਼ ਨਹੀਂ ਸੀਗੇ, ਉਹਨਾਂ ਨੇ ਵੀ ਸਾਰਿਆਂ ਨੇ ਦੇਖ ਲਿਆ ਸੀਗਾ। ਇਸ ਕਰਕੇ 1 ਮਿੰਟ ਦੇ ਵਿੱਚ ਹੀ ਉਹ ਸਾਰੇ ਚਲੇ ਗਏ ਸੀਗੇ। ਉਸ ਤੋਂ ਮਗਰ ਫਿਰ ਜਿਹੜੇ ਲੋਕ ਬੈਠੇ ਸੀਗੇ ਉਹਨਾਂ ਨੇ ਨਾਰਾਜ਼ਗੀ ਪ੍ਰਗਟ ਕਰਨੀ ਸ਼ੁਰੂ ਕਰ ਦਿੱਤੀ ਤੇ ਇਸ ਜਿਹੜੀ ਮਾਫੀ ਨੂੰ ਉਹਨਾਂ ਨੇ ਰਿਜੈਕਟ ਕਰ ਦਿੱਤਾ ਸੀਗਾ। ਹਰਭਜਨ ਜੀ, ਇਹ ਜਿਸ ਤਰ੍ਹਾਂ ਜੋ ਗੱਲ ਕਰ ਰਹੇ ਹੈਗੇ ਨੇ, ਤੁਸੀਂ ਵੀ ਉਸ ਦਾ ਇੱਕ ਹਿੱਸਾ ਹੈਗੇ ਸੀ ਤੇ ਹੋਰ ਵੀ ਕਾਫੀ ਸਾਰੀਆਂ ਸੰਸਥਾਵਾਂ ਹੈਗੀਆਂ ਸੀ, ਤੁਸੀਂ ਕਿਉਂ ਮਹਿਸੂਸ ਕਰਦੇ ਹੋ ਕਿ ਪਾਰਲੀਮੈਂਟ ਵਿੱਚ ਹੀ ਇਹ ਮਾਫੀ ਜਿਹੜੀ ਹੈਗੀ ਹੈ ਦੁਬਾਰਾ ਮੰਗਣ ਦੀ ਲੋੜ ਹੈ, ਤੇ ਜਿਹੜੀ ਇਹ ਪਾਰਕ ਵਿੱਚ ਕੀਤੀ ਗਈ ਸੀ ਇਸ ਨੂੰ ਤੁਸੀਂ ਐਕਸੈਪਟ ਨਹੀਂ ਕਰਦੇ? ਜੀ, ਜਿਹੜੀ ਮਾਫੀ ਜੇ ਤਾਂ ਕੋਈ ਦਿਲੋਂ ਮੰਗਦਾ ਨਾ, ਉਹ ਇੱਕ ਹੋਰ ਚੀਜ਼ ਹੈ। ਜੇ ਤੁਸੀਂ ਪੋਲੀਟੀਕਲ ਅਰੀਨਾ ਦੇ ਵਿੱਚ ਆਪਣੀਆਂ ਵੋਟਾਂ ਇਕੱਠੀਆਂ ਕਰਨੇ ਦੇ ਲਈ ਕਰਦੇ ਆ ਜੀ, ਉਹ ਹੋਰ ਚੀਜ਼ ਹੈ। ਤੇ ਇਹ ਜਿਹੜੀ ਮਾਫੀ ਮੰਗੀ ਸੀ ਮੇਲੇ ਦੇ ਵਿੱਚ, ਇਹ ਇੱਕ ਪੋਲੀਟੀਕਲ ਸਟੰਟ ਸੀ ਜੀ। ਤੇ ਜਦੋਂ 1 ਦਿਨ ਪਹਿਲਾਂ ਇਹ ਮੀਟਿੰਗ ਹੋਈ ਸੀਗੀ, ਉਸ ਵੇਲੇ ਉਹਨੇ ਜਦੋਂ ਸਾਨੂੰ ਕਿਹਾ ਵੀ ਪ੍ਰਾਈਮ ਮਿਨਿਸਟਰ ਪਾਰਲੀਮੈਂਟ ਵਿੱਚ ਮਾਫੀ ਨਹੀਂ ਮੰਗਣਗੇ ਤੇ ਇੱਥੇ ਮੇਲੇ ਤੇ ਮੰਗਣਗੇ ਜੀ, ਤੇ ਅਸੀਂ ਖੁੱਲ੍ਹੇ ਤੌਰ ਤੇ ਕਹਿ ਦਿੱਤਾ ਵੀ ਜਦੋਂ ਤੁਸੀਂ 1914 ਵਿੱਚ ਸਾਨੂੰ ਸੈਕੰਡ ਕਲਾਸ ਸਿਟੀਜ਼ਨ ਮੰਨਦੇ ਸੀ ਜੀ, ਉਹੀ ਤੁਸੀਂ ਅੱਜ ਕਰ ਰਹੇ ਹਾਂ। ਕਿਉਂਕਿ ਜੋ ਤੁਸੀਂ ਸਾਨੂੰ ਪ੍ਰੋਮਿਸ ਕੀਤਾ ਜੀ ਪਾਰਲੀਮੈਂਟ ਵਿੱਚ ਮਾਫੀ ਮੰਗਣੀ ਆ, ਉਹ ਤੁਸੀਂ ਨਹੀਂ ਕਰ ਰਹੇ। ਜੇ ਅਸੀਂ ਪ੍ਰਾਈਮ ਮਿਨਿਸਟਰ ਦੀ ਜਿਹੜੀ ਪੋਜੀਸ਼ਨ ਆ, ਅਸੀਂ ਉਹਦੀ ਰਿਸਪੈਕਟ ਕਰਦੇ ਹਾਂ। ਉਸ ਰਿਸਪੈਕਟ ਦੇ ਲਈ ਤੁਸੀਂ ਜੇ ਮਾਫੀ ਨਹੀਂ ਮੰਗਣੀ ਪਾਰਲੀਮੈਂਟ ਵਿੱਚ, ਤੁਸੀਂ ਮੇਲੇ 'ਤੇ ਨਾ ਆਓ। ਅਸੀਂ ਉਹ ਮੀਟਿੰਗ ਦੇ ਵਿੱਚੋਂ ਚਲੇ ਗਏ। 1 ਘੰਟਾ ਬਾਅਦ ਉਹ ਕਹਿੰਦੇ ਵੀ ਪ੍ਰਾਈਮ ਮਿਨਿਸਟਰ ਨੇ ਮਾਫੀ ਨਹੀਂ ਮੰਗਣੀ ਪਾਰਲੀਮੈਂਟ ਦੇ ਵਿੱਚ,
ਤੇ ਮੇਲੇ ਦੇ ਵਿੱਚ ਮੰਗਣੇ, ਅਸੀਂ ਕਿਹਾ ਵੀ ਤੁਸੀਂ ਮੇਲੇ ਤੇ ਨਾ ਆਏ। 99 ਸਾਲ ਪਹਿਲਾਂ ਇਹ ਇੱਕ ਡਿਸਕ੍ਰਿਮੀਨੇਸ਼ਨ ਦਾ ਮੁੱਦਾ ਸੀ। ਕੀ ਤੁਸੀਂ ਇਸ ਨੂੰ ਵੀ ਡਿਸਕ੍ਰਿਮੀਨੇਸ਼ਨ ਸਮਝਦੇ ਹੋ ਕਿ ਜੈਪਨੀਜ਼ ਕੈਨੇਡੀਅਨਸ ਜਾਂ ਚਾਈਨੀਜ਼ ਕੈਨੇਡੀਅਨਸ ਵੱਲੋਂ ਜੋ ਹੈ ਪਾਰਲੀਮੈਂਟ ਵਿੱਚ ਮੰਗੀ ਗਈ, ਪਰ ਤੁਹਾਡੇ ਵੱਲੋਂ ਹਿੰਦੁਸਤਾਨੀ ਭਾਈਚਾਰੇ ਕੋਲੋਂ ਜਿਹੜਾ ਹੈਗਾ ਉਹ ਮਾਫੀ ਪਾਰਲੀਮੈਂਟ 'ਚ ਨਹੀਂ ਮੰਗੀ ਜਾ ਰਹੀ ਪਰ ਬਾਹਰ ਮੰਗੀ ਗਈ, ਕੀ ਇਸ ਨੂੰ ਵੀ ਤੁਸੀਂ ਧੱਕਾ ਸਮਝਦੇ ਹੋ? ਹਾਂਜੀ ਦੇਖੋ, ਤੁਹਾਨੂੰ ਮੈਂ ਦੱਸ ਦਵਾਂ ਕਿ ਜਿਹੜੀ ਆਫੀਸ਼ੀਅਲ ਮਾਫੀ ਦੀ ਗੱਲ ਕੀਤੀ ਸੀ ਨਾ, ਕਿਉਂਕਿ ਇੱਕ ਪਾਰਲੀਮੈਂਟ ਹੈਗੀ ਜਿਹੜੀ ਪ੍ਰੋਪਰ ਪਲੇਸ ਹੈਗੀ ਆ ਅਪੋਲੋਜੀ ਮੰਗਣ ਦੀ, ਜਿਵੇਂ ਬਾਕੀ ਚਾਈਨੀਜ਼, ਜੈਪਨੀਜ਼, ਨੇਟਿਵਸ ਬਾਕੀ ਭਾਈਚਾਰੇ ਤੋਂ ਮਾਫੀ ਮੰਗੀ ਸੀ, ਕਿਉਂਕਿ ਇੱਕ ਪ੍ਰੋਪਰ ਪਲੇਸ ਹੈਗੀ ਆ, ਉੱਥੇ ਹੀ ਕਾਨੂੰਨ ਬਣਾਏ ਜਾਂਦੇ ਸੀਗੇ ਤੇ ਉੱਥੇ ਹੀ ਮਾਫੀ ਮੰਗੀ ਜਾਂਦੀਆਂ ਨੇ, ਪਹਿਲਾਂ ਵੀ ਮੰਗੀਆਂ ਗਈਆਂ ਨੇ। ਤੇ ਇਹ ਜਿਹੜੀ ਕਿਸੇ ਮੇਲੇ 'ਚ ਮੰਗ ਲੈਣੀ ਜਾਂ ਕਿਸੇ ਦੀ ਬੈਕਯਾਰਡ 'ਚ ਮਾਫੀ ਮੰਗ ਲੈਣੀ, ਇਹ ਆਫੀਸ਼ੀਅਲ ਮਾਫੀ ਨਹੀਂ ਹੈਗੀ। ਓਕੇ, ਪਰ ਉਹ ਸਰਕਾਰ ਅਜੇ ਵੀ ਕਹਿੰਦੀ ਹੈ, ਜੇਸਨ ਕੈਨੀ ਕਹਿੰਦੇ ਰਹੇ ਨੇ ਕਿ ਇਹ ਪਬਲਿਕ ਰੈਕਡ ਹੈ ਤੇ ਇਹ ਪਾਰਲੀਮੈਂਟ ਵਿੱਚ ਹੈਗਾ, ਉਸ ਨੂੰ ਵੀ ਤੁਸੀਂ ਸਵੀਕਾਰ ਨਹੀਂ ਕਰਦੇ? ਨਹੀਂ, ਅਸੀਂ ਨਹੀਂ ਸਵੀਕਾਰ ਕਰਦੇ। ਓਕੇ, ਹੁਣ ਜੇਸਨ ਕੈਨੀ ਬਦਲ ਗਏ ਨੇ, ਤੁਹਾਨੂੰ ਲੱਗਦਾ ਹੈ ਕਿ ਹੁਣ ਇਲੈਕਸ਼ਨਸ ਵੀ 1.5 ਸਾਲ ਰਹਿ ਗਿਆ ਹੈਗਾ, ਕੀ ਸਰਕਾਰ ਤੁਹਾਨੂੰ ਲੱਗਦਾ ਹੈ ਕਿ ਜੇਸਨ ਕੈਨੀ ਨੂੰ ਬਦਲ ਕੇ ਹੁਣ ਨਵਾਂ ਮਿਨਿਸਟਰ ਜਿਹੜਾ ਇਮੀਗ੍ਰੇਸ਼ਨ ਦਾ ਲਿਆਂਦਾ ਗਿਆ ਹੈ, ਕੀ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਪਾਰਲੀਮੈਂਟ ਵਿੱਚ ਮੰਗੇਗੀ ਮਾਫੀ? ਦੇਖੋ, ਅਸੀਂ ਨਾ ਜਿਵੇਂ ਸਾਨੂੰ ਪੂਰੀ ਅਸੀਂ ਸੋਚਦੇ ਹਾਂ ਵੀ ਜੇ 2014 ਆ ਰਿਹਾ ਹੈਗਾ ਵਾ ਤੇ ਪ੍ਰਾਈਮ ਮਿਨਿਸਟਰ ਜਿਹੜੇ ਸਾਹਿਬ ਮੇਰਾ ਖਿਆਲ ਵੀ ਹੁਣ ਜ਼ਰੂਰ, ਮੇਰਾ ਖਿਆਲ ਉੱਥੇ ਜ਼ਰੂਰ ਮਾਫੀ ਮੰਗਣਗੇ ਉੱਥੇ, ਕਿਉਂਕਿ ਉਹਨਾਂ ਨੂੰ ਵੀ ਪਤਾ ਹੋਇਆ ਜੋ ਹੋਇਆ ਗਲਤ ਹੋਇਆ। ਹੋ ਸਕਦਾ ਉਹਨਾਂ ਨੂੰ ਕੁਛ ਸਾਡੇ ਗਰੁੱਪ, ਮੈਂ ਉਹਨਾਂ 'ਚ ਹਜੇ ਗੌਰਮੈਂਟ ਦਾ ਇੰਨਾ ਕਸੂਰ ਨਹੀਂ ਕੱਢਦਾ, ਹੋ ਸਕਦਾ ਵਿੱਚ ਉਹਦੇ ਕੋਈ ਆਪਣੇ ਗਰੁੱਪਸ ਹੋਣ ਜਿਨ੍ਹਾਂ ਨੇ ਉਹਨਾਂ ਨੂੰ ਮਿਸਲੀਡ ਕੀਤਾ ਹੋਵੇ, ਇਹ ਗੱਲ ਉਹ ਪ੍ਰਾਈਮ ਮਿਨਿਸਟਰ ਸਾਹਿਬ ਵੀ ਜਾਣਦੇ ਨੇ। ਪਰ ਇਹ ਸਾਰਾ ਕੁਝ ਕਰਕੇ ਤੇ ਹੁਣ ਜੇ ਆਫੀਸ਼ੀਅਲ ਮਾਫੀ ਮੰਗ ਲੈਂਦੇ ਨੇ ਤੇ ਸਭ ਸੈਟਲ ਹੋ ਜਾਏਗਾ? ਦੇਖੋ, ਪਰਿਵਾਰਾਂ ਨੇ ਨਾ ਤਾਂ ਕਦੇ ਕੰਪਨਸੇਸ਼ਨ ਦੀ ਗੱਲ ਕੀਤੀ ਆ, ਨਾ ਹੀ ਕਦੇ ਹੋਰ ਪ੍ਰਕਾਰ ਕਿਸੇ ਦੀ ਕੋਈ ਮੰਗ ਰੱਖੀ ਹੈਗੀ ਆ। ਪਰਿਵਾਰ ਇਹੀ ਚਾਹੁੰਦੇ ਸਾਨੂੰ ਰਿਸਪੈਕਟ ਚਾਹੀਦੀ ਆ, ਰਿਕਗਨੀਸ਼ਨ ਚਾਹੀਦੀ ਹੈਗੀ ਆ, ਉਹ ਤਾਂ ਹੀ ਮਿਲ ਸਕਦੀ ਹੈ ਜਦੋਂ ਸਰਕਾਰ ਪਾਰਲੀਮੈਂਟ 'ਚ ਮਾਫੀ ਮੰਗੇਗੀ। ਮੈਂ ਤੁਹਾਨੂੰ ਹੁਣ ਇਸ ਟਾਈਮ ਮੈਂ ਕਹਿ ਦਿੰਦਾ ਵਾਂ ਵੀ ਜਦੋਂ ਸਰਕਾਰ ਨੇ ਪਾਰਲੀਮੈਂਟ 'ਚ ਮਾਫੀ ਮੰਗ ਲਈ, ਇਹ ਚੈਪਟਰ ਉੱਥੇ ਹੀ ਕਲੋਜ਼ ਹੋ ਜਾਏਗਾ ਤੇ ਆਪਾਂ ਮੂਵ ਫਾਰਵਰਡ ਹੋ ਜਾਵਾਂਗੇ। ਇਹਦੇ ਬਾਰੇ ਹੋਰ ਗੱਲਬਾਤ ਕਰਨੀ ਜੀ, ਇੱਕ ਛੋਟੀ ਜਿਹੀ ਬ੍ਰੇਕ ਲੈਣੇ ਤੇ ਹੁਣ ਅੱਗੇ ਫਰਦਰ ਕੀ ਕਰਨ ਦੀ ਸੋਚ ਰਹੇ ਤੁਹਾਡੀ ਸੰਸਥਾ ਜਾਂ ਹੋਰ ਸੰਸਥਾਵਾਂ? ਕੀ ਸਾਲ ਵਿੱਚ ਇੱਕ ਵਾਰ ਅਸੀਂ ਜਾਂ 2 ਵਾਰ, ਕਿਉਂਕਿ ਇੱਕ ਵਾਰੀ ਜਦੋਂ ਜਹਾਜ਼ ਆਇਆ ਮਈ ਮਹੀਨੇ ਦੇ ਵਿੱਚ ਤੇ 1 ਜੁਲਾਈ 23 ਨੂੰ ਜਦੋਂ ਵਾਪਸ ਭੇਜਿਆ ਗਿਆ, ਜਦੋਂ ਅਸੀਂ ਸਮਾਰੋਹ ਇਕੱਠੇ ਕਰਕੇ ਲੋਕਾਂ ਨੂੰ ਕੁਝ ਇਕੱਠੇ ਕਰਕੇ ਗੱਲਾਂ ਬਾਤਾਂ ਕਰ ਲੈਂਦੇ ਹਾਂ, ਸ਼ਰਧਾਂਜਲੀਆਂ ਅਰਪਣ ਕਰ ਦਿੰਦੇ ਹਾਂ, ਕਿ ਇੱਥੋਂ ਤੱਕ ਹੀ ਸੀਮਿਤ ਰਹਿਣਾ ਹੈ, ਇਸ ਦੇ ਉੱਤੇ ਅੱਗੇ ਵੀ ਜਾਣਾ ਹੈ, ਇਸ ਬਾਰੇ ਗੱਲਬਾਤ ਕਰਦੇ ਹਾਂ। ਕਾਮਾਗਾਟਾ ਮਾਰੂ ਜਹਾਜ਼ ਦੇ ਸੰਬੰਧ ਵਿੱਚ ਅਸੀਂ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਤੇ ਸਰਦਾਰ ਹਰਭਜਨ ਸਿੰਘ ਗਿੱਲ ਜਿਹੜੇ ਕਿ ਪ੍ਰੈਜ਼ੀਡੈਂਟ ਹਨ ਕਾਮਾਗਾਟਾ ਮਾਰੂ ਹੈਰੀਟੇਜ ਫਾਊਂਡੇਸ਼ਨ, ਤੇ ਰਾਜਦੂਤ ਜਿਹੜੇ ਕਿ ਸਰਦਾਰ ਪੂਰਨ ਸਿੰਘ ਜੀ ਦੇ ਗ੍ਰੈਂਡਸਨ ਹਨ, ਸਾਡੇ ਨਾਲ ਸਾਂਝ ਪਾ ਰਹੇ ਸੀ। ਆਓ ਹੋਰ ਗੱਲਬਾਤ ਕਰਨੇ ਆ। ਸੋ ਹੁਣ ਜੀ, ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਅਪੋਲੋਜੀ ਦੇ ਉੱਤੇ ਕਾਫੀ ਫੋਕਸ ਕਰਕੇ ਗੱਲਬਾਤ ਕਰ ਲਈ ਕਿ ਰਾਜਦੂਤ ਦਾ ਇਹ ਮੰਨਣਾ ਹੈ ਕਿ ਚੈਪਟਰ ਫੋਕਸ ਕਰਕੇ ਜੋ ਇਹਨਾਂ ਨੇ ਪੂਰਾ ਜਦੋਜਹਿਦ ਕੀਤੀ ਹੈ, ਜੇਕਰ ਸਰਕਾਰ ਹੁਣ ਵੀ ਮਾਫੀ ਮੰਗ ਲੈਂਦੀ ਤੇ ਚੈਪਟਰ ਕਲੋਜ਼ ਹੋ ਜਾਏਗਾ ਐਂਡ ਵੀ ਕੈਨ ਗੋ ਫਾਰਵਰਡ। ਹੁਣ ਜਦੋਂ ਫਾਰਵਰਡ ਦੀ ਗੱਲ ਕਰਦੇ ਹਾਂ, ਅਗਲੇ ਸਾਲ 100 ਸਾਲ ਮਨਾਏ ਜਾ ਰਹੇ ਨੇ, ਉਸ ਨੂੰ ਮੁੱਖ ਰੱਖ ਕੇ ਕੀ ਕੁਝ ਕੀਤਾ ਜਾ ਰਿਹਾ ਜੀ? ਹਾਂਜੀ, ਅਗਲੇ ਸਾਲ ਅਸੀਂ ਅਪ੍ਰੈਲ ਤੋਂ ਲੈ ਕੇ ਸਤੰਬਰ ਤੱਕ ਜੀ ਫੰਕਸ਼ਨ ਚਾਲੂ ਕਰਾਂਗੇ। ਕਾਮਾਗਾਟਾ ਮਾਰੂ ਦੀ ਪ੍ਰਦਰਸ਼ਨੀ ਕਰਾਂਗੇ, ਮਿਊਜ਼ੀਅਮ ਦੇ ਵਿੱਚ ਪ੍ਰਦਰਸ਼ਨੀ ਕਰਾਂਗੇ ਤੇ ਹੋਰ ਕਾਫੀ ਥਾਂ ਤੇ ਪ੍ਰਦਰਸ਼ਨੀ ਕਰਾਂਗੇ। ਹੋ ਸਕਿਆ ਤੇ ਇਸ ਤੇ ਪਲੇ ਵੀ ਖੇਲਿਆ ਜਾਵੇਗਾ। ਤੇ ਇੱਕ ਸਭ ਤੋਂ ਵੱਡੀ ਗੱਲ ਅਸੀਂ ਮਹਿਸੂਸ ਕਰਦੇ ਹਾਂ, ਅਸੀਂ ਗੌਰਮੈਂਟ ਨੂੰ ਨੈਗੇਟਿਵ ਦੇ ਵਿੱਚ ਲੈ ਰਹੇ ਹਾਂ ਕਿਉਂਕਿ ਉਹਨੀ ਅਪੋਲੋਜੀ ਦੇ ਵਿੱਚ ਇਹ ਕਿੱਦਾਂ ਕੀਤਾ। ਸਾਨੂੰ ਇਸ ਤਰ੍ਹਾਂ ਨਹੀਂ ਲੈਣਾ ਚਾਹੀਦਾ ਕਿਉਂਕਿ ਉਹ ਸਾਡਾ ਫਰਜ਼ ਬਣਦਾ, ਤੁਸੀਂ ਗੌਰਮੈਂਟ ਨੂੰ ਕਿਸ ਤਰ੍ਹਾਂ ਸਮਝਾਉਂਦੇ ਆ ਇਹ ਸਾਡੀ ਕਮਿਊਨਿਟੀ ਲਈ ਕੀ ਚੀਜ਼ ਤੇ ਕਿਸ ਤਰ੍ਹਾਂ ਇੰਪੋਰਟੈਂਸ ਹੈ, ਤੇ ਸਾਡੇ ਦਿਲਾਂ ਦੇ ਨਾਲ ਨਾ ਖੇਲੋ। ਸੋ ਵੀ ਐਜ਼ ਅ ਕਮਿਊਨਿਟੀ ਹੈਵ ਫੇਲਡ ਕਿ ਅਸੀਂ ਸਹੀ ਤਰੀਕੇ ਨਾਲ ਰਿਪਰੈਜ਼ੈਂਟ ਨਹੀਂ ਕਰ ਸਕੇ ਸਰਕਾਰ ਨੂੰ? ਬਿਲਕੁਲ ਜੀ, ਸਾਡੀ ਆਈ ਵੁੱਡ ਬਲੇਮ ਇਟ ਔਨ ਆਵਰ ਕਮਿਊਨਿਟੀ, ਵੀ ਵਰ ਨਾਟ ਟੂਗੇਦਰ। ਓਕੇ, ਉਹ ਆਪਣੀ ਕਮਿਊਨਿਟੀ ਨੂੰ ਇਕੱਠੇ ਹੋ ਕੇ ਇਹ ਸਾਰੇ ਕੰਮ ਕਰਨੇ ਚਾਹੀਦੇ ਆ। ਇਹ ਆਪਣੀ ਸਿਰਫ ਇਸ ਗੌਰਮੈਂਟ ਨੂੰ ਨਹੀਂ, ਸਾਰੀ ਦੁਨੀਆ ਦੀਆਂ ਗੌਰਮੈਂਟਾਂ ਨੂੰ ਸਾਨੂੰ ਦੱਸਣਾ ਚਾਹੀਦਾ ਵੀ ਵੈਨਕੂਵਰ ਵਿੱਚ ਇਹ ਇਨਸੀਡੈਂਟ ਹੋਇਆ ਸੀ, ਅਸੀਂ 100 ਸਾਲ ਕਿਸ ਤਰ੍ਹਾਂ ਮਨਾ ਰਹੇ ਹਾਂ। ਉਹ ਅਸੀਂ ਇਹ ਜਿਹੜੀ ਐਟੀਟਿਊਡ ਹੈ ਨਾ, ਅਗਲੇ ਸਾਲ ਸਾਰੀ ਚੇਂਜ ਕਰਨੀ ਹੈ। ਓਕੇ, ਤੇ ਉਹ ਚੇਂਜ ਇਸ ਤਰ੍ਹਾਂ ਕਰਨੀ ਹੈ, ਇਸ ਤਰੀਕੇ ਨਾਲ ਕਰਨੀ ਆ ਤਾਂ ਕਿ ਇਹ ਗੌਰਮੈਂਟ ਸਾਡੇ ਵੱਲੋਂ ਆ ਕੇ ਹਾਂ ਦੱਸੇ ਇਹ ਕਮਿਊਨਿਟੀ ਇਕੱਠੀ ਆ ਤੇ ਇਹਨਾਂ ਦੇ ਕਮਿਊਨਿਟੀ ਦੇ ਵਾਸਤੇ ਕੁਛ ਨਾ ਕੁਛ ਕਰਨਾ ਚਾਹੀਦਾ। ਰਾਈਟ, ਪਰ ਇਹਦੇ ਵਿੱਚ ਇੱਕ ਹੋਰ ਜਿਹੜੀ ਤੁਸੀਂ ਕਿਹਾ ਕਿ ਅਸੀਂ ਇਕੱਠੇ ਹੋ ਕੇ ਨਹੀਂ ਰਿਪਰੈਜ਼ੈਂਟ ਕਰ ਸਕੇ, ਜਦੋਂ ਇਹ ਗੱਲਬਾਤ ਚੱਲ ਰਹੀ ਸੀ ਕੰਪਨਸੇਸ਼ਨ ਦੀ ਤੇ ਹੋਰ ਵੀ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਗਰੋ ਹੋ ਗਈਆਂ ਸੀ ਜਿਹੜੀਆਂ ਕਿ ਡਿਮਾਂਡ ਕਰ ਰਹੀਆਂ ਸੀ ਸਾਨੂੰ ਵੀ ਕੁਝ ਮਿਲੇ ਵਿੱਚੋਂ, ਕਿ ਉਸ ਨੂੰ ਵੀ ਤੁਸੀਂ ਸਮਝਦੇ ਹੋ ਕਿ ਇੱਕ ਵੱਡਾ ਝਟਕਾ ਲੱਗਾ? ਤੇ ਨਾਲ ਸੈਕੰਡਰੀ, ਕਿ ਤੁਸੀਂ ਆਪਣੀ ਸੰਸਥਾ ਵੱਲੋਂ ਕੋਸ਼ਿਸ਼ ਕੀਤੀ ਕਿ ਬਾਕੀ ਸੰਸਥਾਵਾਂ ਵਾਲੇ ਪਾਸੇ ਹੱਥ ਵਧਾ ਕੇ ਜੀ ਆਓ ਇਕੱਠੇ ਰਲ ਮਿਲ ਕੇ ਕੁਝ ਕਰੀਏ? ਬਿਲਕੁਲ ਜੀ, ਕੋਸ਼ਿਸ਼ ਕਰ ਰਹੇ ਹਾਂ ਅਸੀਂ ਸਾਰਿਆਂ ਨਾਲ ਕੋਸ਼ਿਸ਼ 100 ਸਾਲ ਦੇ ਲਈ ਸਾਰਿਆਂ ਦੇ ਨਾਲ ਮਿਲ ਕੇ ਕੋਸ਼ਿਸ਼ ਕਰ ਰਹੇ ਹਾਂ। ਤੇ ਇੱਕ ਸਭ ਤੋਂ ਵੱਡੀ ਪ੍ਰਾਪਤੀ ਸਾਨੂੰ ਅੱਜ ਹੀ ਅਸੀਂ ਅਨਾਉਂਸ ਕਰ ਰਹੇ ਹਾਂ ਜੀ, ਤੇ ਕੈਨੇਡਾ ਪੋਸਟ ਵੱਲੋਂ ਸਾਨੂੰ ਚਿੱਠੀ ਆਈ ਹੈ। ਓਕੇ, ਤੇ 100 ਸਾਲ ਦੀ ਵਾਸਤੇ
ਉਹ ਕੈਨੇਡਾ ਪੋਸਟ ਸਟੈਂਪ ਰਿਲੀਜ਼ ਕਰਨੇ ਡੈਡੀਕੇਟ ਕਰਨਗੇ। ਓ ਦੈਟਸ ਵੰਡਰਫੁਲ, ਕੰਗ੍ਰੈਚੁਲੇਸ਼ਨਸ ਫॉर दैट, क्योंकि एक मेजर माइलस्टोन है। हाँ जी, वो मेजर माइलस्टोन है। एक कैनेडा पोस्ट जो है इट्स अ कॉर्पोरेशन, राइट, कॉर्पोरेशन इज रन बाय द गवर्नमेंट, राइट। ਤੇ ਹੁਣ ਅਸੀਂ ਤੁਸੀਂ ਇੱਕ ਪਾਸੇ ਤਾਂ ਅਸੀਂ ਇੱਧਰ ਕਹਿੰਦੇ ਨੈਗੇਟਿਵ ਤੌਰ ਤੇ ਕਰ ਰਹੇ ਹਾਂ, ਪਰ ਦੂਜੇ ਪਾਸੇ ਗਵਰਨਮੈਂਟ ਇਹ ਚੰਗੇ ਕੰਮ ਵੀ ਕਰ ਰਹੀ ਹੈ ਜੀ। ਤੇ ਹੁਣ ਕੈਨੇਡਾ ਪੋਸਟ ਨੇ ਸਟੈਂਪ ਰਿਲੀਜ਼ ਕਰਨਾ, ਇੱਕ ਜਿਹੜੀ ਅਵੇਅਰਨੈਸ ਹੈ, ਦੇਖੋ ਜੀ ਉਹਨੇ 4 ਮਿਲੀਅਨ ਸਟੈਂਪ ਕਾਮਾਗਾਟਾਮਾਰੂ ਦੇ ਕੱਢਣੇ। ਅੱਛਾ ਜੀ। ਉਹ that means there's 4 million people who are going to be asking themselves what is ਕਾਮਾਗਾਟਾਮਾਰੂ, ਰਾਈਟ। ਉਹ ਜਿਹੜੀ ਅਵੇਅਰਨੈਸ ਆ ਬੱਚਿਆਂ ਦੇ ਲਈ, ਸਕੂਲਾਂ ਦੇ ਲਈ, ਆਪਣੇ ਆਮ ਸਿਟੀਜ਼ਨ ਵਾਸਤੇ ਜੀ, ਉਹ ਅਵੇਅਰਨੈਸ ਜਿਹੜੀ ਇਸ ਸਟੈਂਪ ਦੇ ਰਾਹੀਂ ਆਉਣੀ ਆ, ਉਹ ਅਸੀਂ ਪੋਜ਼ਿਟਿਵ ਅਵੇਅਰਨੈਸ। ਬਹੁਤ ਖੂਬ ਜੀ। ਹੁਣ ਇਹਦੇ 'ਚ ਗੱਲ ਥੋੜ੍ਹੀ ਜਿਹੀ ਕਰੀ ਸੀ ਸਰਦਾਰ ਪੂਰਨ ਸਿੰਘ ਜੀ ਬਾਰੇ ਕਿ ਉਹਨਾਂ ਦੀ ਜਿਹੜੀ ਪਰਸਨੈਲਿਟੀ ਸੀ ਉਹਦੇ ਬਾਰੇ ਬਰੀਫਲੀ ਸਾਨੂੰ ਦੱਸੋ, ਤੇ ਨਾਲ ਕੀ ਅੱਜ ਸਿੱਖਣ ਦੀ ਲੋੜ ਹੈ। ਇਹ ਜਿਹੜਾ ਸਾਰਾ ਸਫ਼ਰ 99 ਸਾਲ ਦਾ ਹੈ ਉਸ ਵਿੱਚੋਂ ਤੁਹਾਡਾ ਮੇਨ ਮੈਸੇਜ ਕਮਿਊਨਿਟੀ ਨੂੰ ਕੀ ਹੋਏਗਾ? ਮੈਂ ਤੁਹਾਨੂੰ ਕਲੀਅਰ ਦੱਸਣਾ ਚਾਹੁੰਦਾ ਕਿ ਉਹ ਅੰਮ੍ਰਿਤਧਾਰੀ ਗੁਰਸਿੱਖ ਸਨ ਜੀ, ਨਿਤਨੇਮੀ ਸਨ, ਪੰਜਾਂ ਬਾਣੀਆਂ ਦੇ ਰਹਿਰਾਸ ਕੀਰਤਨ ਸੋਲਾ ਦਾ ਪਾਠ ਹਮੇਸ਼ਾ ਕਦੇ ਮੈਂ ਮਿਸ ਕਰਦੇ ਨਹੀਂ ਸੀ ਦੇਖਿਆ ਜੀ। ਤੇ ਦੂਸਰਾ ਉਹ ਜਿਵੇਂ ਲੋਕਾਂ ਦੀ ਸੇਵਾ ਕਰਦੇ ਹੁੰਦੇ ਸੀਗੇ ਤੇ ਕਹਿੰਦੇ ਸੀ ਮਨੁੱਖਤਾ ਦੀ ਸੇਵਾ ਕਰੋ ਵੱਧ ਤੋਂ ਵੱਧ। ਬਾਕੀ ਜਿਹੜੇ ਹੈਗੇ ਆ ਉਹ ਪੜ੍ਹੇ ਲਿਖੇ ਹੋਣ ਕਰਕੇ ਸਾਰਿਆਂ ਨੂੰ ਇਹੀ ਕਹਿੰਦੇ ਸੀ ਵੀ ਤੁਸੀਂ ਜਿਹੜੀ ਪੜ੍ਹਾਈ ਆ ਵੱਧ ਤੋਂ ਵੱਧ ਜਿਹੜੇ ਬੱਚੇ ਆ ਉਹ ਪੜ੍ਹਨ। ਨਾਲੇ ਉਹ ਇਸ ਤੋਂ ਕਹਿੰਦੇ ਸੀਗੇ ਵੀ ਉਹਨਾਂ ਨੂੰ ਜਦੋਂ ਸੱਦਿਆ ਸੀਗਾ ਉਸ ਤੋਂ ਮਗਰੋਂ ਮੇਰੇ ਜਦੋਂ ਆਪਣੇ ਮਾਮਾ ਜੀ ਇੱਥੇ ਆਏ ਸੀਗੇ, ਟੋਰਾਂਟੋ ਰਹਿੰਦੇ ਡਾਕਟਰ ਨੇ, ਤੇ ਉਹਨਾਂ ਨੇ ਰਿਫਿਊਜ਼ ਕਰ ਦਿੱਤਾ ਸੀ ਆਉਣ ਨੂੰ। ਉਹ ਕਹਿੰਦੇ ਸੀਗੇ ਵੀ ਦੇਖੋ ਮੇਰੇ ਜੇ ਉਸ ਕੜਵੀਆਂ ਯਾਦਾਂ ਨੇ ਉਸ ਕੰਟਰੀ ਦੇ ਨਾਲ ਮੈਂ ਨਹੀਂ ਜਾਵਾਂਗਾ, ਪਰ ਜਿਹੜੇ ਸਾਊਥ ਏਸ਼ੀਅਨ ਕਮਿਊਨਿਟੀ ਆ, ਭਾਈਚਾਰਾ, ਉੱਥੇ ਜਾਏਗਾ, ਇੱਕ ਦਿਨ ਰਾਜ ਕਰੇਗਾ। ਤੇ ਅੱਜ ਦੇਖੋ ਉਹਨਾਂ ਦੇ ਬੋਲ ਸੱਚ ਹੋਏ ਨੇ, ਐਮਪੀਸ ਨੇ, ਆਪਣੇ ਐਮਐਲਏਸ ਨੇ, ਤੇ ਐਮਐਲਏ ਨੇ, ਤੇ ਹੋਰ ਹਰ ਫੀਲਡ ਵਿੱਚ ਆਪਣੇ ਜਿਹੜੇ ਸਾਊਥ ਏਸ਼ੀਅਨ ਕਮਿਊਨਿਟੀ ਤਰੱਕੀਆਂ ਕਰ ਰਹੀ ਹੈਗੀ ਆ। ਤੇ ਬਾਕੀ ਕੀ ਅਖੀਰ ਵਿੱਚ ਕਹੋਗੇ ਸਿੱਖਣ ਦੀ ਕੀ ਲੋੜ ਹੈ? ਸਿੱਖਣ ਦੀ ਇਹ ਲੋੜ ਆ ਕਿ ਉਹ ਜਿਹੜੇ ਹੈਗੇ ਆ ਵੀ ਉਹ ਜਿਸ ਤਰ੍ਹਾਂ ਸੱਚੇ ਸੁੱਚੇ ਸਿੱਖ ਸਨ, ਸੱਚੇ ਸੁੱਚੇ ਦੇਸ਼ ਭਗਤ ਸਨ, ਤੇ ਉਹਨਾਂ ਤੋਂ ਆਪਾਂ ਨੂੰ ਸੇਧ ਲੈਣੀ ਚਾਹੀਦੀ ਵੀ ਆਪਾਂ ਵੀ ਸੱਚੇ ਸੁੱਚੇ ਦੇਸ਼ ਭਗਤ ਹੋਈਏ, ਸੱਚੇ ਸੁੱਚੇ ਸਿੱਖ ਹੋਈਏ, ਤੇ ਕਮਿਊਨਿਟੀ ਦੀ ਵੱਧ ਤੋਂ ਵੱਧ ਆਪਾਂ ਸੇਵਾ ਕਰੀਏ, ਤੇ ਵੱਧ ਤੋਂ ਵੱਧ ਬੱਚਿਆਂ ਨੂੰ ਪੜ੍ਹਾਈਏ, ਯੂਨੀਵਰਸਿਟੀਆਂ ਵਿੱਚ ਭੇਜੀਏ। ਬਹੁਤ। ਤੁਸੀਂ ਅਖੀਰ ਵਿੱਚ ਕੀ ਕਹੋਗੇ ਜੀ ਹਰਭਜਨ ਜੀ? ਮੈਂ ਤਾਂ ਸਿਰਫ ਇਹੀ ਕਹਿਣਾ, ਹੁਣ 99 ਸਾਲ ਤਾਂ ਹੋ ਗਏ ਜੀ। ਉਹ ਜੋ ਕੌੜੇ ਫਿੱਕੇ ਆ 99 ਸਾਲ ਪਹਿਲਾਂ, ਉਹਨਾਂ ਨੂੰ ਬਾਹਰ ਕੱਢ ਦਿਓ, ਤੇ 100 ਸਾਲ ਅਗਲੇ ਸਾਲ ਖੁਸ਼ੀ ਦੇ ਨਾਲ ਮਨਾਈਏ। ਤੇ ਜਿਹੜਾ ਹੁਣ ਅਗਲਾ 100 ਸਾਲ ਆਪਣਾ ਆਪਣੇ ਫਿਊਚਰ ਜਨਰੇਸ਼ਨ ਵਾਸਤੇ ਉਸ ਬਾਰੇ ਸੋਚੀਏ, ਤੇ ਅਸੀਂ ਐਜ਼ ਕੈਨੇਡੀਅਨਸ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਕਿਸ ਤਰ੍ਹਾਂ ਕੈਨੇਡਾ ਨੂੰ ਆਪਣਾ ਹਿੱਸਾ ਬਣਾਉਣੀ ਚਾਹੁੰਦੀ ਆ, ਤੇ ਉਸੇ ਤਰੀਕੇ ਨਾਲ ਆਪਾਂ ਗਾਹਾਂ ਚੱਲੀਏ ਬੱਚਿਆਂ ਨੂੰ। ਬਹੁਤ ਖੂਬ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਦੋਨਾਂ ਦਾ, ਤੁਸੀਂ ਇੱਥੇ ਆਏ। ਤੇ ਅੱਜ 23 ਜੁਲਾਈ ਜੋ ਅਸੀਂ ਮਾਰਕ ਕਰ ਰਹੇ, ਤੁਸੀਂ ਅੱਜ ਜਿਹੜੇ ਬਹੁਤ ਸਾਰੇ ਫੰਕਸ਼ਨਸ ਵੀ ਹੋ ਰਹੇ ਨੇ, ਹੋਣਗੇ, ਉਸ ਵਿੱਚੋਂ ਜਿਸ ਤਰ੍ਹਾਂ ਤੁਸੀਂ ਦੋਨਾਂ ਨੇ ਹੀ ਕਿਹਾ ਕਿ ਅਸੀਂ ਜੋ ਪੁਰਾਣਾ ਹੈਗਾ ਉਸ ਵਿੱਚੋਂ ਬਹੁਤ ਕੁਝ ਜਿਹੜੀਆਂ ਖੱਟੀਆਂ ਯਾਦਾਂ ਨੂੰ ਸਮਾਪਤ ਕਰਕੇ ਇੱਕ ਸੁਨਹਿਰੇ ਕੱਲ੍ਹ ਵਾਸਤੇ ਜਿਹੜਾ ਹੈਗਾ ਇੱਕ ਐਸਾ ਨਿਰਮਾਣ ਕਰੀਏ ਜਿਸ ਵਿੱਚ ਕਿ ਸਾਡੀ ਨਵੀਂ ਪਨੀਰੀ ਜੋ ਹੈ ਉਹ ਮਾਣ ਕਰ ਸਕੇ। ਤੇ ਇਹ ਨਾ ਕਿ ਕਮਿਊਨਿਟੀ ਦੇ ਹੀ ਲੋਕਾਂ ਨੇ ਸਾਡੇ ਪੈਰ ਕੱਟੇ, ਬਲਕਿ ਸਾਰਿਆਂ ਨੇ ਹੱਥ ਮਿਲਾ ਕੇ ਜੋ ਹੈ ਉਹ ਸਾਡੇ ਗਦਰੀ ਬਾਬਿਆਂ ਦੀ ਤੇ ਜਿਹੜੇ ਇਹ ਕਾਮਾਗਾਟਾਮਾਰੂ ਜਹਾਜ਼ ਵਿੱਚ ਮੁਸਾਫਰ ਸਨ ਉਹਨਾਂ ਦੀ ਜਿਹੜੀ ਸੋਚ ਸੀ ਕਿ ਇੱਕ ਸਟਰੋਂਗ ਨੈਸ਼ਨਲ ਇੱਕ ਫਰੰਟ ਜੋ ਹੈ ਉਸ ਨੂੰ ਅੱਗੇ ਉਭਾਰਿਆ ਜਾਵੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ। ਥੈਂਕ ਯੂ।